ਸਤਨਾਮ ਵਾਹਿਗੁਰੂ ਸਾਹਿਬ ਜੀ। ਦੀਨ ਦਰਦ ਦੁਖ ਪੰਜਨਾ, ਕਟ ਕਟ ਨਾਥ ਅਨਾਥ। ਸ਼ਰਨ ਤੁਮਾਰੀ ਆਇਓ, ਸ਼ਰਨ ਤੁਮਾਰੀ ਆਇਓ। ਨਾਨਕ ਕੇ ਪ੍ਰਭ ਸਾਥ। ਦੁੱਧ ਬਿਨ ਤਹਿਨ, ਪੰਖ ਬਿਨ ਪੰਖੀ। ਜਲ ਬਿਨ ਉਤਪੁਜ ਕਾਮ ਨਹੀਂ। ਕਿਆ ਸੁਲਤਾਨ ਸਲਾਮ ਵਿਹੂਣਾ, ਅੰਦੀ ਕੋਠੀ ਤੇਰਾ ਨਾਮ ਨਹੀਂ। ਕੀ ਵਿਸਰਹਿ ਦੁਖ ਬਹੁਤਾ ਲਾਗੈ, ਦੁਖ ਬਹੁਤਾ ਲਾਗੈ। ਦੁਖ ਲਾਗੈ ਤੂੰ ਵਿਸਰ ਨਾਹੀਂ। ਜਿੱਥੈ ਨਾਮ ਜਪੀਐ ਪ੍ਰਭ ਪਿਆਰੇ, ਸੇ ਅਸਥਲ ਸੋਇਨ ਚੌਬਾਰੇ। ਜਿੱਥੈ ਨਾਮ ਨ ਜਪੀਐ ਮੇਰੇ ਗੋਇੰਦਾ, ਸੇਈ ਨਗਰ ਉਜਾੜੀ ਜੀਓ। ਅਤਿ ਸੁੰਦਰ ਕੁਲੀਨ ਚਤੁਰ, ਮੁਖ ਗਿਆਨੀ ਧਨਵੰਤ। ਮਿਰਤਕ ਕਹੀਐ ਨਾਨਕਾ, ਜੇ ਪ੍ਰੀਤ ਨਹੀਂ ਭਗਵੰਤ। ਫਰੀਦਾ ਤਿਨਾ ਮੁਖ ਡਰਾਵਣੇ, ਜਿਨਾ ਵਿਸਾਰਿਓ ਨ ਨਾਉ। ਐਥੇ ਦੁਖ ਕਣੇਰਿਆ, ਅੱਗੇ ਠੌਰ ਨ ਠਾਉ। ਬੇਸੁਮਾਰ ਅਥਾਹ ਅਗਨਿਤ ਤੋਲੈ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਊਚ ਭਵਨ ਕਨਕਾਮਨੀ, ਸਿਖਰ ਤਜਾ ਫਹਰਾਏ। ਤਾਤੇ ਭਲੀ ਮਧੁਕਰੀ, ਸੰਤ ਸੰਗ ਗੁਣ ਗਾਏ। ਕਬੀਰ ਪਾਟਨ ਤੇ ਊਜਰ ਪਲਾ, ਰਾਮ ਭਗਤ ਜਿਹ ਠਾਏ। ਰਾਮ ਸਨੇਹੀ ਬਾਹਰਾ, ਜਮਪੁਰ ਮੇਰੇ ਭਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ। ਕਿਰਪਾ ਨਿਧ, ਦਇਆ ਨਿਧ, ਕਰੁਣਾ ਨਿਧ, ਗੁਣ ਨਿਧ, ਮਹਿਮਾ ਨਿਧ ਸਤਿਗੁਰੂ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ, ਜਿਨ੍ਹਾਂ ਦੀ ਅਪਾਰ ਰਹਿਮਤ ਹੈ, ਅਥਾਹ ਬਖਸ਼ਿਸ਼ ਹੈ ਸਤਿਗੁਰੂ ਸਾਹਿਬ ਜੀ ਦੀ, ਜੋ ਸਭ ਨੂੰ ਆਪਣੀ ਮਿਹਰ ਭਰੀ ਬਖਸ਼ਿਸ਼ ਭਰੀ ਨਦਰ ਕਰਕੇ, ਮਨ ਕਰਕੇ ਐਸਾ ਵਿਸ਼ਵਾਸ ਬਖਸ਼ਿਸ਼ ਕੀਤਾ, ਤਨ ਕਰਕੇ ਉਦਮ ਬਖਸ਼ਿਸ਼ ਕੀਤਾ, ਸੁਰਤ ਕਰਕੇ ਮਤ ਕਰਕੇ ਐਸਾ ਮਨੋਰਥ ਬਖਸ਼ਿਸ਼ ਕੀਤਾ, ਜੋ ਆਪ ਸਭ ਸਤ ਸੰਗਤ ਰੂਪ ਵਿੱਚ ਜੁੜ ਬੈਠ ਕੇ ਗੁਰੂ ਸ਼ਬਦ ਨਾਲ ਜੁੜਦਿਆਂ ਹੋਇਆਂ ਆਪਣੇ ਮਨੁੱਖਾ ਜੀਵਨ ਨੂੰ ਸਫਲ ਕਰਨ ਦਾ ਯਤਨ ਕਰ ਰਹੇ ਹੋ, ਗੁਰੂ ਕੀ ਬਖਸ਼ਿਸ਼ ਨੂੰ ਮਾਨਣ ਦਾ ਯਤਨ ਕਰ ਰਹੇ ਹੋ। ਬੜੇ ਸੁਭਾਗਸ਼ਾਲੀ ਹੋ ਜੀ। ਸਤਿਗੁਰੂ ਕੀ ਅਪਾਰ ਕਿਰਪਾ ਸਦਕਾ ਆਪ ਜੀ ਭਗਤ ਸਿਰਮੌਰ ਭਗਤ ਕਬੀਰ ਸਾਹਿਬ ਜੀ, ਤਿਨਾਂ ਦੇ ਉਚਾਰਨ ਪਾਵਨ ਸ਼ਲੋਕਾਂ ਦੀ ਲੜੀਵਾਰ ਵਿਆਖਿਆ ਸ਼ਰਵਣ ਕਰ ਰਹੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦੇ ਨਾਲ ਵਿਚਾਰ ਰੂਪ ਦੇ ਵਿੱਚ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਊਚ ਭਵਨ ਕਨ ਕਾਮਨੀ, ਸਿਖਰ ਤਜਾ ਫਹਿਰਾਏ। ਭਗਤ ਸਾਹਿਬ ਭਗਤ ਕਬੀਰ ਸਾਹਿਬ ਜੀ ਲੜੀਵਾਰ ਸ਼ਲੋਕਾਂ ਦੇ ਅੰਤਰਗਤ ਇਸ ਤੋਂ ਪਹਿਲੇ 4 ਸ਼ਲੋਕਾਂ ਦੇ ਵਿੱਚ ਇੱਕ ਵਿਸ਼ੇ ਨਾਲ ਸੰਬੰਧਿਤ ਉਪਦੇਸ਼ ਦ੍ਰਿੜ ਕਰਾਉਂਦਿਆਂ ਭਗਤ ਕਬੀਰ ਸਾਹਿਬ ਜੀ ਨੇ ਬਖਸ਼ਿਸ਼ ਕਰਕੇ ਨਵਾਜਿਆ ਸੀ ਕਿ ਮਨੁੱਖ ਨੂੰ ਗੁਰੂ ਸ਼ਬਦ ਦੇ ਨਾਲ ਜੁੜ ਕੇ ਗਿਆਨ ਦੇ ਉਪਦੇਸ਼ ਨੂੰ ਧਾਰਨ ਕਰਕੇ ਉਹਦਾ ਸਦੀਵੀ ਅਭਿਆਸ ਕਰਕੇ ਆਪਣੀ ਹੋਂਦ ਦੇ ਬਣੀ ਹੋਈ ਮੈਲ ਨੂੰ ਜੀਵਨ ਦੇ ਵਿੱਚੋਂ ਪੂਰੀ ਤਰ੍ਹਾਂ ਦੂਰ ਕਰ ਦੇਣਾ ਚਾਹੀਦਾ ਹੈ। ਜਦੋਂ ਜੀਵਨ ਦੇ ਵਿੱਚੋਂ ਮੈਂ ਮੇਰੀ ਹੋਂ ਚਲੀ ਜਾਂਦੀ ਹੈ, ਫਿਰ ਮਨੁੱਖ ਹਰ ਜਨ ਹੋ ਜਾਂਦਾ ਹੈ ਅਤੇ ਆਪਣੀ ਜਦੋਂ ਹੋਂ ਦੇ ਤਹਿਤ ਛੋਟੇ ਰੂਪ ਬਣਦੇ ਨੇ, ਪਰ ਜਦੋਂ ਮਨੁੱਖ ਹਰ ਜਨ ਹੋ ਜਾਂਦਾ, ਉਹਦੀ ਸਿਫਤ, ਉਹਦੀ ਵਡਿਆਈ, ਉਹਦੀ ਮਹੱਤਤਾ ਜਿਹੜੀ ਹੈ ਉਹ ਅਕਾਲ ਪੁਰਖ ਜਿੰਨੀ ਵਿਆਪਕ ਹੋ ਜਾਂਦੀ ਹੈ। ਜਿਵੇਂ ਅਸੀਂ ਬਾਣੀ 'ਚ ਵਾਕ ਪੜ੍ਹਦੇ ਹਾਂ, ਹਰ ਨੇ ਮਾਣਿਆ ਮਾਣ ਦਿਵਾਏ, ਕਿ ਜਦੋਂ ਆਪਣੀ ਹੋਂ ਛੱਡ ਦਿੱਤੀ, ਜਦੋਂ ਤੱਕ ਬੂੰਦ ਇਕੱਲੀ ਹੈ ਸੁੱਕ ਜਾਣ ਦਾ ਡਰ ਹੈ, ਪਰ ਜਦੋਂ ਉਹਨੇ ਇੱਕ ਤਿਆਗ ਕਰਕੇ ਕਿ ਆਪਣੀ ਵੱਖਰੀ ਹੋਣ ਦੀ ਹਸਤੀ ਨੂੰ ਛੱਡ ਕੇ ਸਾਗਰ ਦੇ ਵਿੱਚ ਮਰਜ ਹੋਣਾ ਸਿੱਖ ਲਿਆ, ਤਾਂ ਫਿਰ ਸਾਗਰ ਸੁੱਕਣ ਵਾਲਾ ਨਹੀਂ ਹੈ, ਸਾਗਰ ਘਟਣ ਵਾਲਾ ਨਹੀਂ ਹੈ। ਇੰਝ ਹੀ ਜਦੋਂ ਜੀਵ ਆਪਣੇ ਹਉਮੈ ਦੇ ਛੋਟੇ ਰੂਪ ਛੱਡ ਕੇ ਆਪਣੀ ਹਸਤੀ ਦੇ ਹਉਮੈ ਵਾਲੇ ਪ੍ਰਭਾਵਾਂ ਨੂੰ ਛੱਡ ਕੇ ਅਕਾਲ ਪੁਰਖ ਦੀ ਸ਼ਰਨ ਗ੍ਰਹਿਣ ਕਰਦਿਆਂ ਉਹਦੇ ਉਚੇਰੇ ਭਾਵ ਦੇ ਵਿੱਚ ਲਵਲੀਨ ਹੋ ਜਾਂਦਾ ਹੈ, ਫਿਰ ਗੁਰੂ ਕਿਰਪਾ ਦਾ ਪਾਤਰ ਬਣਦਾ ਹੈ। ਇਸੇ ਤਰ੍ਹਾਂ ਲੜੀਵਾਰ ਰੂਪ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਅੱਜ ਵਾਲੇ ਸ਼ਲੋਕ ਵਿੱਚ ਬਖਸ਼ਿਸ਼ ਕਰਦੇ ਹਨ। ਊਚ ਭਵਨ ਕਨ ਕਾਮਨੀ, ਸਿਖਰ ਤਜਾ ਫਹਿਰਾਏ। ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਮਾਇਆ ਅਨੇਕ ਕਰਕੇ ਜੀਵ ਨੂੰ ਵਿਆਪਦੀ ਹੈ। ਮਾਇਆ ਦੇ ਸਰਲ ਅਰਥ ਹਨ ਜਿਹੜੀ ਚੀਜ਼, ਜਿਹੜੀ ਸ਼ੈ ਸੱਚ ਦਾ ਭੁਲੇਖਾ ਪਾ ਕੇ ਤੇ ਨਕਲ ਦੀ ਤਰਫ ਲਗਾ ਦੇ। ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਿ ਮਾਇਆ ਕਈ ਕਾਰਨਾਂ ਕਰਕੇ ਵਿਆਪਦੀ ਹੈ। ਉਹਨਾਂ ਕਾਰਨਾਂ ਦੇ ਵਿੱਚੋਂ 4 ਕਾਰਨ ਭਗਤ ਕਬੀਰ ਸਾਹਿਬ ਜੀ ਨੇ ਅੱਜ ਦੇ ਸ਼ਲੋਕ ਵਿੱਚ ਦੱਸਦਿਆਂ ਹੋਇਆ ਸਮਝਾਇਆ ਹੈ। ਇਹਦਾ ਵਿਸ਼ਾ ਮੈਂ ਆਪ ਦੇ ਸਨਮੁਖ ਪਹਿਲਾਂ ਅਰਜ਼ ਕਰਦਿਆਂ ਕਿ ਮਨੁੱਖ ਦਾ ਜੀਵਨ ਭਗਤੀ ਦੇ ਮਨੋਰਥ ਨਾਲ ਜੁੜ ਕੇ ਸ਼ੁੱਧ ਹੋਣਾ ਹੈ। ਮਨੁੱਖ ਦੇ ਜੀਵਨ ਦਾ ਮਨੋਰਥ ਅਧਿਆਤਮਕ ਕਰਮ ਕਰਦਿਆਂ ਇਸ ਜੀਵਨ ਦੇ ਵੱਡੇ ਅਰਥਾਂ ਨੂੰ ਮਾਣ ਕੇ ਅਤੇ ਜੀਵਨ ਨੂੰ ਗੁਰਮੁਖਾਂ ਅਨੁਸਾਰ ਜਿਉਣਾ ਹੈ। ਇਸ ਮਨੋਰਥ ਤੋਂ ਭੁੱਲਿਆ ਹੋਇਆ ਮਨੁੱਖ, ਭਟਕਿਆ ਹੋਇਆ ਜਿਹੜਾ ਮਨੁੱਖ ਹੈ, ਉਹ ਮਾਇਆ ਦੇ ਕਾਰਨ ਭਰਮਦਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਊਚ ਭਵਨ, ਬੜੇ ਉੱਚੇ ਸੁੰਦਰ ਮਹਿਲ ਮਕਾਨ ਹਨ। ਕਨ ਕਾਮਨੀ, ਕਨਕ ਭਾਵ ਸੋਨੇ ਆਦਿਕ ਦੀ ਰਾਸ ਬਹੁਤ ਜ਼ਿਆਦਾ ਕੋਲ ਹੈ। ਕਾਮਨੀ ਦਾ ਭਾਵ ਇਸਤਰੀ ਦੇ ਕੌਤਕਾਂ, ਜਿਹੜੇ ਕਾਮ ਦੇ ਕਾਮਾਦਿਕ ਰਸ ਆਦਿਕ ਹਨ, ਉਹਨਾਂ ਦੇ ਵੱਲ ਧਿਆਨ। ਸਿਖਰ ਤਜਾ,
ਫਿਰ ਜੀਵਨ ਦੇ ਵਿੱਚ ਜਿਹੜੀ ਕੋਈ ਪ੍ਰਤਿਭਾ ਸਮਰੱਥਾ ਕਮਾਈ ਹੈ ਉਹਦਾ ਬੜਾ ਬੋਲਬਾਲਾ ਹੋਣਾ। ਕਹਿੰਦੇ 4 ਕਾਰਨ ਹਨ ਜਿਨ੍ਹਾਂ ਕਰਕੇ ਜੀਵ ਨੂੰ ਮਾਇਆ ਵਿਆਪਦੀ ਹੈ। ਭਗਤ ਕਬੀਰ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਊਚ ਭਵਨ ਕਨ ਕਾਮਨੀ ਸਿਖਰ ਤਜਾ ਫਹਿਰਾਏ। ਉੱਚੇ ਮੰਦਰ ਹੋਣ, ਸੋਨੇ ਆਦਿਕ ਦੀ ਰਾਸ ਬਹੁਤ ਪੱਲੇ ਹੋਵੇ, ਇਸ ਤਰ੍ਹਾਂ ਦੇ ਸਾਰੇ ਕੌਤਕਾਂ ਦੇ ਸਹਿਤ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹਦੇ ਸਾਰਿਆਂ ਨਾਲੋਂ ਚੰਗੀ ਹੈ ਤਾ ਤੇ ਭਲੀ ਮਧੂਕਰੀ ਸੰਤ ਸੰਗ ਗੁਣ ਗਾਏ। ਇੰਨੇ ਮਾਇਆ ਦੇ ਵਸੀਲੇ ਹੁੰਦਿਆਂ ਹੋਇਆਂ ਵੀ ਜੇ ਜੀਵਨ 'ਚ ਭਗਤੀ ਦਾ ਮਨੋਰਥ ਪੂਰਾ ਨਹੀਂ ਹੋ ਰਿਹਾ ਤੇ ਕਹਿੰਦੇ ਇੰਨੇ ਜ਼ਿਆਦਾ ਕਰਮ ਨਾਲੋਂ, ਇੰਨੇ ਜ਼ਿਆਦਾ ਪਸਾਰ ਨਾਲੋਂ ਇੱਕ ਸੰਤ ਪੁਰਖਾਂ ਦੀ ਮਧੂਕਰੀ ਭਾਵ ਮੰਗ ਕੇ ਖਾਣ ਵਾਲੀ ਭਿੱਖਿਆ ਜਿਹੜੀ ਹੈ ਉਹ ਚੰਗੀ ਹੈ। ਘੱਟੋ ਘੱਟ ਮਨੁੱਖ ਆਪਣੇ ਭੋਜਨ ਦੀ ਤ੍ਰਿਪਤੀ ਕਰਕੇ 7 ਕਰਮਾਂ ਵੱਲ ਤਾਂ ਰੁਚਿਤ ਰਹਿੰਦਾ ਹੈ, ਭਗਤੀ ਦੇ ਮਨੋਰਥ ਨੂੰ ਤਾਂ ਪੂਰਿਆਂ ਕਰ ਲੈਂਦਾ ਹੈ। ਹੁਣ ਇਸ ਸ਼ਲੋਕ ਨੂੰ ਵਿਚਾਰ ਦੇ ਨੁਕਤੇ ਤੋਂ ਸਮਝਣ ਦਾ ਯਤਨ ਕਰੀਏ। ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਊਚ ਭਵਨ। ਜੀਵਨ ਦੇ ਵਿੱਚ ਜਦੋਂ ਮਨੁੱਖ ਨੂੰ ਮਾਇਆ ਦੀ ਇੱਕ ਸੂਝ ਆਉਂਦੀ ਹੈ ਤਾਂ ਮਾਇਆ ਦੀ ਪਕੜ ਦੇ ਲਈ ਉਹ ਆਪਣੇ ਜੀਵਨ ਦੀ ਅਧਿਆਤਮਿਕ ਪ੍ਰਤੀਤ ਨੂੰ ਬੰਦਾ ਪਹਿਲਾਂ ਹੀ ਭੁੱਲ ਜਾਂਦਾ ਹੈ। ਗੁਰਬਾਣੀ 'ਚ ਵਾਕ ਆਉਂਦੇ ਹਨ, ਗਹਿਰੀ ਕਰਕੇ ਨੀਵ ਖੁਦਾਈ ਉੱਪਰ ਮੰਡਪ ਛਾਏ, ਮਾਰ ਕੰਡੇ ਤੇ ਕੋ ਅਧਿਕਾਈ ਜਿਨ ਤ੍ਰਿਣ ਧਰ ਮੂੰਡ ਬਲਾਏ। ਜਿਹੜਾ ਸਰੀਰ ਰੂਪ ਭਵਨ ਸਾਜਿਆ ਮਾਲਕ ਨੇ ਉਹ ਵੀ ਕੱਚਾ ਹੈ, ਪਰ ਇਸ ਕੱਚੇ ਹੋਣ ਦੀ ਸੱਚ ਪ੍ਰਤੀਤ ਨੂੰ ਭੁੱਲ ਗਿਆ ਅਤੇ ਮਾਇਆ ਦੇ ਭਰਮ ਵਿੱਚ ਇਸ ਗੱਲ ਦੀ ਭਰਮ ਦੇ ਵਿੱਚ ਪੈ ਗਿਆ ਕਿ ਊਚ ਭਵਨ, ਕਿ ਬਹੁਤ ਸਾਰੇ ਉੱਚੇ ਮੰਦਰ ਉਸਾਰ ਕੇ ਉਹਨਾਂ ਦੇ ਵਿੱਚ ਬੈਸਣ ਦਾ ਆਨੰਦ ਮਾਣਿਆ ਜਾਵੇ। ਹੁਣ ਜਦੋਂ ਜੀਵਨ ਦੇ ਅੰਦਰ ਇਹ ਮਾਇਆ ਦੀ ਪ੍ਰਵਿਰਤੀ ਪ੍ਰਵੇਸ਼ ਕਰ ਗਈ ਹੈ ਤਾਂ ਯਕੀਨਨ ਬੰਦੇ ਦੀ ਜਿਹੜਾ ਬੜਾ ਯਤਨ ਹੈ ਉਹ ਘਰ ਮਕਾਨ ਦੇ ਬੜੇ ਸੁੰਦਰ, ਬੜੇ ਬਹੁ ਪੱਖੀ ਜਿਹੜਾ ਇੱਕੋ ਸਮੇਂ ਕੰਪਲੀਟ ਕਰਨ ਵਾਲੀ ਸੁਰਤ ਹੈ ਉਹ ਲੱਗੀ ਰਹੇਗੀ ਤਾਂ ਮਨੁੱਖ ਕਿੰਨਾ ਯਤਨ ਕਰੇਗਾ। ਜੇ ਵਰਤਮਾਨ ਸਮੇਂ ਦੇ ਵਿੱਚ ਵੀ ਵਿਚਾਰੀਏ ਤਾਂ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਊਚ ਭਵਨ, ਕਿ ਮਨੁੱਖ ਸੋਚਦਾ ਹੈ ਕਿ ਬੜੇ ਵੱਡੇ ਸੁੰਦਰ ਘਰ ਦਾ ਨਿਰਮਾਣ ਕਰ ਲਿਆ ਜਾਵੇ। ਜੇ ਜੀਵਨ ਦੀ ਲੋੜ ਜਾਣੇ ਤਾਂ ਥੋੜ੍ਹੇ ਨਾਲ ਵੀ ਸਰਦੀ ਹੈ, ਪਰ ਮਨੋਰਥ ਬਣਾ ਲਿਆ ਇੱਕ ਬਹੁਤ ਵੱਡਾ ਮਕਾਨ ਮੇਰੇ ਜੀਵਨ ਦਾ ਮਨੋਰਥ ਹੈ, ਫਿਰ ਉਹਦੇ ਲਈ ਕਿਤਨਾ ਬਲ, ਕਿਤਨੀ ਪੂੰਜੀ, ਕਿਤਨਾ ਸਮਾਂ ਲੱਗਦਾ ਹੈ, ਇਹ ਆਪ ਜੀ ਬਿਹਤਰ ਜਾਣਦੇ ਹੋ। ਪਹਿਲਾਂ ਇਸ ਕਰਕੇ ਜੀਵਨ ਮਿਲਿਆ ਭਗਤੀ ਦੇ ਮਨੋਰਥ ਲਈ ਕਿ ਪਦਾਰਥਾਂ ਦੀ ਪਕੜ ਤੋਂ ਨਿਰਲੇਪ ਰਹਿਣਾ ਹੈ, ਪਰ ਮਾਇਆ ਦੇ ਵਿੱਚ ਭਰਮਿਆ ਹੋਇਆ ਜੀਵ ਉੱਚੇ ਮੰਦਰਾਂ ਦਾ ਇੱਕ ਮਨੋਰਥ ਬਣਾ ਲੈਂਦਾ ਹੈ ਅਤੇ ਫਿਰ ਸਾਰੀ ਜ਼ਿੰਦਗੀ ਉਹਦੇ ਲਈ ਸਿਰ ਤੋੜ ਯਤਨ ਕਰਦਾ ਤਾਂ ਇਸੇ ਦੌਰਾਨ ਉਹਦਾ ਭਗਤੀ ਦਾ ਕਰਮ ਵਿਸਰ ਜਾਂਦਾ ਹੈ। ਹੁਣ ਜਿਸ ਮਕਾਨ ਨੂੰ, ਜਿਸ ਮਹਿਲ ਮਾੜੀਆਂ ਨੂੰ ਖੜਿਆਂ ਕਰਦਿਆਂ, ਉਹਦੀ ਸੁੰਦਰਤਾ ਨੂੰ ਵਧਾਉਂਦਿਆਂ, ਉਹਨੂੰ ਪੂਰਿਆਂ ਕਰਦਿਆਂ ਹਰ ਵੇਲੇ ਇਤਨਾ ਯਤਨ ਕੀਤਾ, ਧਿਆਨ ਉੱਧਰ ਲੱਗਿਆ ਰਿਹਾ ਹੈ, ਤਾਂ ਮਨੁੱਖ ਯਕੀਨਨ ਹੈ ਜਿਹੜੀ ਸੁਰਤ ਵਿੱਚ ਪ੍ਰਭੂ ਭਗਤੀ ਦਾ ਵਾਸ ਕਰਨਾ ਸੀ ਉਹਦੇ ਵਿੱਚ ਤਾਂ ਮਕਾਨ ਨੇ ਦਖਲ ਦੇ ਦਿੱਤਾ ਹੈ, ਉਹਦੇ ਵਿੱਚ ਤਾਂ ਮਹਿਲ ਮਾੜੀਆਂ ਨੇ ਦਖਲ ਦੇ ਦਿੱਤਾ ਅਤੇ ਮਨੁੱਖ ਦੀ ਸੁਰਤ ਕਿੱਥੇ ਸ਼ਵੱਛ ਰਹੇਗੀ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਊਚ ਭਵਨ, ਬੜੇ ਉੱਚੇ ਭਵਨਾਂ ਦਾ ਨਿਰਮਾਣ ਕੀਤਾ ਹੈ ਬੈਸਣ ਦੇ ਲਈ ਕਿ ਆਨੰਦ ਪ੍ਰਾਪਤ ਹੋਏਗਾ, ਪਰ ਕਹਿੰਦੇ ਸਮਾਂ ਪਾ ਕੇ ਜਦ ਸਰੀਰ ਜਰਜਰਾ ਹੋ ਜਾਂਦਾ ਹੈ ਤਾਂ ਉਹ ਸੁੰਦਰ ਮਹਿਲਾਂ ਦਾ ਜਿਹੜਾ ਰਸ ਹੈ ਉਹ ਵੀ ਮਨ ਨੂੰ ਨਹੀਂ ਪਹੁੰਚਦਾ ਅਤੇ ਉਹ ਵੀ ਸੁੰਝ ਵਾਂਗ ਹੀ ਪ੍ਰਤੀਤ ਹੁੰਦੇ ਹਨ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਊਚ ਭਵਨ, ਕਿਉਂਕਿ ਅਸੀਂ ਇਸ ਗੱਲ ਨੂੰ ਵਾਚਣਾ ਕਿ ਮਾਇਆ ਦੇ ਵਿਆਪਣ ਦੇ ਪੱਧਰ ਕਿਵੇਂ ਹਨ। ਜੀਵਨ ਦੀ ਅਸਲੀਅਤ ਹੈ ਸੰਸਾਰ ਸਰਾਂ ਵਰਗਾ ਹੈ, ਪਰ ਇੱਥੇ ਸਾਡੇ ਯਤਨ ਉਹ ਹਨ ਜਿਹੜੇ ਸਦੀਵੀ ਸਮਝਣ ਵਾਲੇ ਹਨ। ਆਪਣੇ ਜੀਵਨ ਦੀ ਮਿਆਦ ਕਿਸੇ ਇੱਕ ਪਲ ਦੀ ਵੀ ਨਿਸ਼ਚਿਤ ਨਹੀਂ, ਪਰ ਉਸਾਰਨ ਦੀ, ਬਣਾਉਣ ਦੀ, ਖਰੀਦਣ ਦੀ, ਵਰਤੋਂ ਵਿਹਾਰ ਦੀ ਮਿਆਦ ਸਾਨੂੰ ਕਈ ਸਾਲਾਂ ਦੀ ਚਾਹੀਦੀ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਊਚ ਭਵਨ, ਪਹਿਲੇ ਪੱਧਰ 'ਤੇ ਮਾਇਆ ਵਿਆਪਦੀ ਹੈ। ਮਨੁੱਖ ਸਮਝਦਾ ਮੇਰੇ ਬਹੁਤ ਭਵਨ ਜਿਹੜੇ ਹਨ ਸੁੰਦਰ, ਬੜੇ ਵਿਸ਼ਾਲ ਹੋਣੇ ਚਾਹੀਦੇ ਹਨ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਇੱਕ ਜਿਹੜੀ ਠੀਕ ਰੂਪ ਦੇ ਵਿੱਚ ਸੰਤੁਸ਼ਟੀ ਹੁੰਦੀ ਹੈ ਉਹਨੂੰ ਮਨੁੱਖ ਉਲੰਘ ਕੇ ਅਤੇ ਤ੍ਰਿਸ਼ਨਾ ਤੁਰ ਹੋ ਕੇ ਧਰਤੀ 'ਤੇ ਕਾਇਮ ਕਰਦਾ। 2 ਤਰੀਕਿਆਂ ਦੇ ਨਾਲ ਊਚ ਭਵਨ ਦਾ ਨਿਰਮਾਣ ਮਨੁੱਖ ਕਰਦਾ ਹੈ। ਜਾਂ ਤਾਂ ਜੀਵਨ ਦੇ ਵਿੱਚ ਜੇ ਪਹਿਲਾਂ ਮਾਇਆ ਦੀ ਸਮਰੱਥਾ ਪ੍ਰਾਪਤ ਹੈ ਅਤੇ ਉਹਦਾ ਭਵਨ ਰੂਪ ਦੇ ਵਿੱਚ ਧਰਤੀ 'ਤੇ ਦਿਖਾਵਾ ਪ੍ਰਗਟ ਕਰਨਾ ਚਾਹੁੰਦਾ ਹੈ, ਜੇ ਨਹੀਂ ਹੈ ਤਾਂ ਉਹਨੂੰ ਤ੍ਰਿਸ਼ਨਾ ਤੁਰ ਰੂਪ ਦੇ ਵਿੱਚ ਮਕਾਨ ਦੇ ਦੁਆਰਾ ਆਪਣੀ ਹਸਤੀ ਸਿੱਧ ਕਰਨਾ ਚਾਹੁੰਦਾ ਹੈ।
बड़े ऐसे तुहानूं कई अमीरपति मिल जाणगे, अपने जीवन 'ਚ कोई विशेषता नहीं, ਆਪਣੀਆਂ ਚੀਜ਼ਾਂ ਦੀ ਵਿਸ਼ੇਸ਼ਤਾ ਦੱਸ ਕੇ ਆਪਣੇ ਜੀਵਨ ਨੂੰ ਜਿਹੜਾ ਹੈ ਮਹੱਤਵਪੂਰਨ ਦਰਸਾ ਰਹੇ ਨੇ ਕਿ ਮੇਰੇ ਘਰ ਦੇ ਵਿੱਚ ਆਹ ਵਸਤ ਸਵਿਟਜ਼ਰਲੈਂਡ ਤੋਂ ਆਈ ਹੈ, ਘੜੀ ਉੱਥੋਂ ਆਈ ਹੈ, ਜਿਹੜਾ ਕੰਪਿਊਟਰ ਹੈ ਇਹ ਜਾਪਾਨ ਤੋਂ ਆਇਆ ਹੈ। ਆਪਣੇ ਜੀਵਨ 'ਚ ਕੋਈ ਬੰਦਗੀ ਦਾ ਜਾਂ ਕਿਸੇ ਕਲਾ ਦਾ ਕੋਈ ਖਾਸ ਗੁਣ ਨਹੀਂ ਹੈ, ਵਸਤਾਂ ਦੇ ਨਾਲ ਆਪਣੇ ਜੀਵਨ ਦੀ ਮਹੱਤਤਾ ਨੂੰ ਸਿੱਧ ਕਰ ਰਹੇ ਹਨ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਊਚ ਭਵਨ, ਇਸੇ ਕਰਕੇ ਗੁਰਬਾਣੀ 'ਚ ਇੱਕ ਵਾਕ ਆਉਂਦਾ ਹੈ, ਚਿੱਤੇ ਦਿਸੇ ਤੌਲ ਹਰ ਬੱਗੇ ਬੰਕ ਦੁਆਰ, ਕਿ ਬੜੇ ਸੁੰਦਰ ਬਣਾਏ ਹਨ, ਪਰ ਉਹਦੇ ਵਿੱਚ ਕਹਿੰਦੇ ਕੋਈ ਧਰਮ ਦਾ ਕਰਮ ਨਹੀਂ ਪ੍ਰਫੁੱਲਤ ਹੋ ਰਿਹਾ। ਹੁਣ ਜਿਵੇਂ ਦੋ ਤਰ੍ਹਾਂ ਦੇ ਫੁੱਲ ਹੁੰਦੇ ਨੇ, ਇੱਕ ਫੁੱਲ ਹੈ ਜਿਹਦੀ 3D ਚਿੱਤਰਨ ਬਣਾਇਆ ਕਿਸੇ ਕਾਗਜ਼ ਦੇ ਉੱਪਰ, ਇੱਕ ਫੁੱਲ ਹੈ ਬਗੀਚੇ ਵਾਲਾ। ਮੈਂ ਕਿਹਦੇ 'ਚੋਂ ਆਏਗੀ? ਕਾਗਜ਼ ਵਾਲਾ ਉਹਦਾ ਨਕਸ਼ ਦੇ ਸਕਦਾ ਹੈ, ਕਾਗਜ਼ 'ਤੇ ਵਾਇਆ ਹੋਇਆ ਫੁੱਲ ਦੱਸ ਸਕਦਾ ਕਿ ਫੁੱਲ ਦੀਆਂ ਪੰਖੜੀਆਂ, ਉਹਦਾ ਜਿਹੜਾ ਫੈਲਾਅ ਇੰਝ ਦਾ ਹੁੰਦਾ ਹੈ, ਪਰ ਮੈਂ ਉਹਦੀ ਸੁੰਦਰਤਾ ਦੀ ਵੀ ਥੋੜ੍ਹੀ ਜਿਹੀ ਝਲਕ ਪਾ ਸਕਦਾ ਹੈ, ਪਰ ਸੁੰਦਰਤਾ ਦਾ ਠੀਕ ਅਨੁਭਵ ਅਤੇ ਜਿਹੜੀ ਮਹਿਕ ਦਾ ਠੀਕ ਅਨੁਭਵ ਹੈ ਉਹ ਸਜੀਵ ਫੁੱਲ ਵਿੱਚੋਂ ਹੀ ਹੋਏਗਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਮਨੁੱਖ ਆਪਣੇ ਜੀਵਨ ਦੇ ਆਨੰਦ ਨੂੰ ਜਾਂ ਆਪਣੇ ਜੀਵਨ ਦੀ ਮਹੱਤਤਾ ਨੂੰ ਇਸ ਨੁਕਤੇ ਤੋਂ ਨਹੀਂ ਸਿੱਧ ਕਰਦਾ ਕਿ ਮੈਨੂੰ ਭਗਤੀ ਦੇ ਪ੍ਰਯੋਜਨ ਲਈ ਇਹ ਜਨਮ ਮਿਲਿਆ ਹੈ, ਆਪਣੇ ਜੀਵਨ ਦੀ ਮਹੱਤਤਾ ਨੂੰ ਉੱਚੇ ਭਵਨਾਂ ਦੇ ਨਿਰਮਾਣ ਨਾਲ ਸਿੱਧ ਕਰਦਾ। ਇਸ ਕਰਕੇ ਪੂਰੇ ਵਿਸ਼ਵ ਦੇ ਵਿੱਚ ਇੱਕ ਦੌੜ ਹੈ, ਪੂਰੇ ਵਿਸ਼ਵ ਦੇ ਵਿੱਚ ਇਹ ਕੋਈ ਇਹ ਨਹੀਂ ਕਿ ਪੱਛਮੀ ਸੁਸਾਇਟੀ ਅੱਗੇ, ਉਹਨਾਂ ਦੇ ਮਤਲਬ ਹਰੇਕ ਮਨੁੱਖ। ਤਾਂ ਜਿਹੜਾ ਭਗਤ ਕਬੀਰ ਸਾਹਿਬ ਜੀ ਕਹਿੰਦੇ ਊਚ ਭਵਨ, ਫਿਰ ਸਾਰੀ ਜ਼ਿੰਦਗੀ ਉੱਧਰ ਸੁੱਧ ਲੱਗੀ ਰਹਿੰਦੀ, ਆਪਣਾ ਸਾਰਾ ਯਤਨ ਵੀ ਉੱਧਰ ਲਗਾਇਆ, ਧਨ ਪੂੰਜੀ ਵੀ ਲਗਾਇਆ। ਤਾਂ ਜਿਹੜਾ ਇਤਨਾ ਸਮਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਯਤਨ ਕੀਤਾ ਹੈ, ਇਸ ਯਤਨ ਦੇ ਨਾਲ ਜਿਹੜੇ ਮਾਨਸਿਕ ਦ੍ਰਿਸ਼ਟੀਕੋਣ ਅਤੇ ਜਿਹੜੇ ਪਦਾਰਥਾਂ ਦੇ ਨਾਲ ਲਗਾਵ ਪੈਦਾ ਹੋ ਗਏ ਨੇ, ਉਹਨਾਂ ਤੋਂ ਕਿਵੇਂ ਛੁਟਕਾਰਾ ਕਰਾਏਗਾ? ਮਤਲਬ ਮਾਇਆ ਦੇ ਵਿੱਚ ਭਰਮਿਆ ਹੋਇਆ ਕਿਵੇਂ ਅੱਗੇ ਜਾ ਰਿਹਾ, ਇਸ ਗੱਲ ਦਾ ਖਿਆਲ ਹੀ ਨਹੀਂ ਹੈ। ਤਾਂ ਕਰਕੇ ਜਦੋਂ ਭਗਤ ਤਰਲੋਚਨ ਜੀ ਕਹੇ ਨਾ ਅੰਤਕਾਲ ਜੋ ਮੰਦਰ ਸਿਮਰ ਹੈ, ਹੁਣ ਮੰਦਰ ਕਿਉਂ ਸਿਮਰ ਹੈ? ਇਹਦਾ ਕਾਰਨ ਕੀ? ਇਹਦਾ ਵੀ ਕਾਰਨ ਹੈ ਕਿ ਸਾਰੀ ਜ਼ਿੰਦਗੀ ਸੁਰਤ ਜਿਹੜੀ ਲੱਗੀ ਰਹੀ। ਮੇਰੇ ਕਿਸੇ ਨਿਕਟਵਰਤੀ ਦੇ ਨਾਲ ਮੇਰਾ ਇੱਕ ਵਾਰਤਾਲਾਪ ਹੋਇਆ, ਉਹਦੇ ਘਰ ਜਾਣ ਦਾ ਮੌਕਾ ਬਣਿਆ। ਉਹਨੇ ਜਾ ਕੇ ਮਤਲਬ ਬਹੁਤ ਅਮੀਰਪਤੀ ਸੀ, ਕਰੋੜਾਂ ਦੇ ਵਿੱਚ ਉਹਦੀ ਸੰਪੱਤੀ ਸੀ, ਤਾਂ ਉਹਨੇ ਸਾਰੀਆਂ ਚੀਜ਼ਾਂ ਦੇ ਜ਼ਿਕਰ ਗਿਣਾਉਣੇ ਸ਼ੁਰੂ ਕਰ ਦਿੱਤੇ ਕੁਝ ਸਮੇਂ ਦੀ ਵਾਰਤਾਲਾਪ ਤੋਂ ਬਾਅਦ। ਤਾਂ ਯਕੀਨਨ ਮੈਂ ਸੁਣਦਾ ਰਿਹਾ, ਕੋਈ ਇਤਰਾਜ਼ ਨਾ ਕੀਤਾ। ਤਾਂ ਮਨ ਦੇ ਵਿੱਚ ਸੁਭਾਵਿਕ ਵਿਚਾਰਿਆ ਕਿ ਜਿਹੜਾ ਇਤਨਾ ਭਵਨ, ਜਿਹੜਾ ਆਹ ਨਿਰਮੋਲਕ ਭਵਨ ਮਿਲਿਆ ਸਰੀਰ, ਇਹਨੂੰ 1 ਰੁਪਏ ਦੀ ਕੀਮਤ ਦੀ ਸੋਝੀ ਨਹੀਂ ਹੈ, ਪਰ ਜਿਹੜੀਆਂ ਇਹਦੇ ਨਾਲ ਸੰਚੀਆਂ ਹੋਈਆਂ ਵਸਤਾਂ ਨੇ ਉਹਦਾ ਕਿੰਨਾ ਗਹਿਰਾ ਅਹਿਸਾਸ ਅਤੇ ਉਹਦੀ ਕਿੰਨੀ ਸੰਭਾਲ ਕਰ ਰਿਹਾ ਹੈ। ਇੱਥੋਂ ਪਤਾ ਲੱਗਦਾ ਕਿ ਜੀਵ ਮਾਇਆ ਦੇ ਵਿੱਚ ਭਰਮਿਆ ਹੋਇਆ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਊਚ ਭਵਨ, ਬੜੇ ਉੱਚੇ ਭਵਨਾਂ ਦਾ ਨਿਰਮਾਣ ਕੀਤਾ। ਗੁਰਬਾਣੀ ਵਿੱਚ ਅਸੀਂ ਸਤਿਗੁਰੂ ਦੇ ਵਾਕ ਪੜ੍ਹਦੇ ਹਾਂ, ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਿ ਉਹੀ ਜਿਹੜਾ ਜੀਵਨ, ਉਹੀ ਮਹਿਲ ਸੁਹਾਵਣ ਜਿਹਦੇ ਵਿੱਚ ਕੋਈ ਧਰਮ ਦਾ ਕਰਮ ਪ੍ਰਫੁੱਲਤ ਹੋ ਰਿਹਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਊਚ ਭਵਨ, ਇਸ ਕਰਕੇ ਬੜੇ ਉੱਚੇ ਸੁੰਦਰ ਮੰਦਿਰਾਂ ਦਾ ਨਿਰਮਾਣ ਕਰਦਾ ਹੈ, ਅਤੇ ਜਿਹਦੇ ਵਿੱਚ ਹੁਣ ਸਾਨੂੰ ਜੀਵਨ ਦੇ ਵਿੱਚ ਚਿਤੰਨ ਕੀਤਾ ਭਗਤ ਕਬੀਰ ਸਾਹਿਬ ਜੀ ਨੇ। ਹੁਣ ਕਦੇ ਤੁਸੀਂ ਦੇਖਿਆ ਸੰਤ ਜਨਾਂ ਦਾ ਜੀਵਨ ਵਾਚੋ, ਧਰਮ ਉਹਦਾ, ਉਹਨਾਂ ਦਾ ਜੀਵਨ ਧਰਮ ਅਨੁਸਾਰ ਕਿਵੇਂ ਚੱਲ ਰਿਹਾ ਹੁੰਦਾ। ਦੁਨੀਆ ਦੇ ਵੱਡੇ ਤੋਂ ਵੱਡੇ ਜਿਹੜੇ ਸੰਤ ਹੋਏ ਹਨ, ਵੱਡੇ ਵੱਡੇ ਰੱਬੀ ਪੁਰਖ ਹੋਏ ਹਨ, ਉਹਨਾਂ ਨੇ ਇਹਨਾਂ ਚੀਜ਼ਾਂ ਦੀ ਤਰਜੀਹ ਨੂੰ ਬਿਲਕੁਲ ਛੱਡਿਆ ਹੈ। ਆਮ ਕਰਕੇ ਜਿਤਨੇ ਵੀ ਪੂਰਨ ਸੰਤ ਹੋਏ ਨੇ, ਉਹਨਾਂ ਦੇ ਜੀਵਨ ਤੁਹਾਨੂੰ ਇੱਕ ਕੁਟੀਆ ਵਿੱਚ ਗੁਜ਼ਰਿਆ ਹੋਇਆ ਮਿਲੇਗਾ। ਕਿਉਂ? ਕਿਉਂਕਿ ਸੰਸਾਰ ਦੀ ਪਕੜ ਛੱਡੀ ਹੈ, ਉਸ ਯਤਨ ਨੂੰ ਹੀ ਛੱਡ ਦਿੱਤਾ ਹੈ ਜਿਹੜੇ ਯਤਨ ਨੇ ਸਿਮਰਤੀ ਨੂੰ ਮਲੀਨ ਕਰ ਦੇਣਾ ਜਾਂ ਸਿਮਰਤੀ ਨੂੰ ਇੰਨਾ ਪ੍ਰਭਾਵਿਤ ਕਰ ਦੇਣਾ ਹੈ ਕਿ ਮੁੜ ਕੇ ਧਰਮ ਦੀ ਕੋਈ ਆਸ਼ਾ ਹੀ ਨਹੀਂ ਉਹਦੇ ਅੰਦਰੋਂ ਪ੍ਰਫੁੱਲਤ ਹੋਣੀ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਊਚ ਭਵਨ, ਬੜੇ ਉੱਚੇ ਭਵਨਾਂ ਦਾ ਨਿਰਮਾਣ ਕਰਦਾ ਹੈ। ਫਿਰ ਅੱਗੇ ਭਗਤ ਕਬੀਰ ਸਾਹਿਬ ਜੀ ਜ਼ਿਕਰ ਕਰਦੇ ਹਨ ਕਨ ਕਾਮਨੀ, ਦੋ ਅੱਗੇ ਫਿਰ ਮਾਇਆ ਦੇ ਪੱਧਰ ਵਿਆਪਦੇ ਹਨ। ਕਨਕ ਦਾ ਭਾਵ ਹੁੰਦਾ ਸੋਨਾ, ਕਾਮਨੀ ਦਾ ਭਾਵ ਇਸਤਰੀ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਨਕ, ਫਿਰ ਸੋਨੇ ਦਾ ਰਸ ਬੜਾ ਜ਼ਿਆਦਾ ਵਿਆਪਦਾ ਹੈ। ਮਨੁੱਖ ਨੁਮਾਇਸ਼ ਦੇ ਪੱਧਰ 'ਤੇ ਰਸ ਲੈਣਾ ਸ਼ੁਰੂ ਕਰ ਦਿੰਦਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜਾ ਆਪਣਾ ਆਤਮਵੰਨੀ ਆਤਮ ਸਰੂਪ ਜਿਹੜਾ ਕੰਚਨ ਵਰਗਾ ਸ਼ੁੱਧ ਹੈ, ਉਹਦੀ ਪਛਾਣ ਨੂੰ ਛੱਡ ਕੇ ਅਤੇ ਪਦਾਰਥਾਂ ਦੀ ਜਿਹੜੀ ਚਮਕ ਹੈ ਉਹਦਾ ਮਲੀਨ ਗ੍ਰਸਤ ਹੋਇਆ ਬੰਦਾ ਉਵੇਂ ਦੇ ਯਤਨ ਕਰਦਾ। ਬਾਣੀ 'ਚ ਵਾਕ ਆਉਂਦਾ ਰਸ ਸੋਇਨਾ ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ, ਰਸ ਮੀਠਾ
ਰਸ ਮਾਸ ਇਹਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਪਹਿਨਣ ਦੇ ਤੌਰ 'ਤੇ ਸੁਰਤ ਸੋਨੇ ਦੀ ਤਰਫ ਲੱਗੀ ਹੈ, ਖਾਣ ਦੇ ਤਲ 'ਤੇ ਮਾਸ ਆਦਿਕ ਦੇ ਪਦਾਰਥਾਂ ਦੀ ਲੱਗੀ ਹੈ, ਬੋਲਣ ਆਦਿਕ ਦੇ ਤੌਰ 'ਤੇ ਜਿਹੜੇ ਨੀਚ ਵਾਕ ਹਨ, ਵਿਖਿਆ ਭਰੇ ਵਾਕ, ਉਹਨਾਂ ਵੱਲ ਧਿਆਨ ਲੱਗਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਮਨੁੱਖ ਦੀ ਸੁਰਤ ਸ਼ਬਦ ਵੱਲ ਫਿਰ ਕਿਵੇਂ ਜੁੜ ਜਾਏਗੀ? ਤਾਂ ਆਖਦੇ ਹਨ ਕਨਕ ਕਾਮਨੀ, ਕਨਕ ਕਾਮਨੀ, ਭਾਵ ਕਿ ਕਦੇ ਸੋਨੇ ਦੇ ਰਸ ਦੇ ਵਿੱਚ ਹੁੰਦਾ ਰਹਿੰਦਾ, ਇਸ ਕਰਕੇ ਧਾਤਾਂ ਸੰਚਣ ਦੇ ਉੱਪਰ ਬੜਾ ਜ਼ੋਰ ਦਿੰਦਾ ਹੈ, ਸੋਨੇ ਵਰਗੀ ਧਾਤ ਨੂੰ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਅੱਗੇ ਕਾਮਨੀ, ਕਾਮਨੀ ਦਾ ਭਾਵ ਕਿ ਇਸਤਰੀ, ਜਿਹੜਾ ਇਸਤਰੀ ਦਾ ਸੰਬੰਧ ਬਣਿਆ, ਉਹਨੂੰ ਸਮਾਜ ਦਾ ਕਰਤਾਰੀ ਨੇਮ ਪੂਰਾ ਕਰਨ ਦੇ ਲਈ ਸਹਾਇਕ ਸੀ, ਭਾਵ ਕਿ ਔਲਾਦ ਦੀ ਉਤਪੱਤੀ, ਸਮਾਜ ਦਾ, ਪਰਿਵਾਰ ਦਾ ਨਿਰਮਾਣ, ਇਹ ਮਰਿਆਦਾ ਦੇ ਰੂਪ ਸਨ। ਪਰ ਇਹਦੇ ਵਿੱਚ ਵੀ ਮਰਿਆਦਾ ਥਿਰ ਨਾ ਰਹਿਣ ਕਰਕੇ ਕਾਮ ਦੀ ਮਲੀਨਤਾ ਮਨ ਉੱਪਰ ਛਾਈ ਰਹਿੰਦੀ ਹੈ ਅਤੇ ਹਰ ਵੇਲੇ ਉਸ ਤਰ੍ਹਾਂ ਦੇ ਕਾਮਾਦਿਕ ਕੌਤਾਂ ਦੇ ਵੱਲ ਸੁਰਤ ਰਹਿੰਦੀ ਹੈ, ਖਿਆਲ ਰਹਿੰਦਾ ਹੈ ਕਿ ਕਿਵੇਂ ਕਿਵੇਂ ਇਹਨਾਂ ਨੂੰ ਭੋਗਾਂ ਦਾ ਵਿਸ਼ਾ ਬਣਾਇਆ ਜਾਏ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਊਚ ਪਵਨ ਕਨ ਕਾਮਨੀ ਸਿਖਰ ਤਜਾ ਫਹਿਰਾਏ। ਇਹ 3 ਪੱਧਰ ਹਨ। ਹੁਣ ਚੌਥਾ ਪੱਧਰ ਕੀ ਹੈ ਕਿ ਜੀਵਨ ਦੇ ਵਿੱਚ ਫਿਰ ਉਹਨਾਂ ਚੀਜ਼ਾਂ ਦੀ ਕਾਮਨਾ ਵੀ ਚਾਹੁੰਦਾ, ਉਹਨਾਂ ਦਾ ਬੋਲਬਾਲਾ ਵੀ ਚਾਹੁੰਦਾ ਹੈ। ਮੇਰੇ ਘਰ ਬਹੁਤ ਸੁੰਦਰ ਬਣੇ, ਦੀ ਚਰਚਾ ਹੋਵੇ ਆਲੇ ਦੁਆਲੇ ਦੇ ਵਿੱਚ। ਇਸ ਕਰਕੇ ਜਿਹੜੇ ਕਈ, ਸ਼ਾਇਦ ਆਪ ਜੀ ਨੂੰ ਪਤਾ ਹੋਵੇ, ਕਈ ਐਸੇ ਅਮੀਰ ਲੋਕ ਜਦ ਘਰ ਦਾ ਨਿਰਮਾਣ ਕਰਦੇ ਨੇ ਤਾਂ ਬਹੁਤ ਜ਼ਿਆਦਾ ਫੰਕਸ਼ਨ ਕਰਦੇ ਨੇ ਸ਼ੁਰੂਆਤ ਦੇ ਵਿੱਚ, ਔਰ ਬੜੇ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਨੂੰ ਵੀ ਸੱਦਦੇ ਨੇ ਤਾਂ ਕਿ ਪਤਾ ਲੱਗ ਜਾਏ ਕਿ ਬਹੁਤ ਵੱਡੇ ਘਰ ਦਾ ਨਿਰਮਾਣ ਕੀਤਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਸਮਰੱਥਾ ਪੈਦਾ ਹੋਣ ਤੋਂ ਬਾਅਦ ਉਹਦਾ ਜ਼ਿਕਰ ਚਾਹੁੰਦੇ ਨੇ ਬਹੁਤ ਜ਼ਿਆਦਾ। ਉੱਚਾ ਭਵਨ ਬਣਾ ਲਿਆ, ਇਹਦਾ ਵੀ ਜ਼ਿਕਰ ਚਾਹੁੰਦੇ ਨੇ ਕਿ ਆਲੇ ਦੁਆਲੇ 'ਚ ਚਰਚਾ ਹੋਵੇ। ਕੋਈ ਸੋਨੇ ਦੀ ਵਸਤ ਪਾਸ ਆ ਗਈ ਹੈ, ਧਨ ਆ ਗਿਆ, ਉਹਦੀ ਵੀ ਚਰਚਾ ਹੋਵੇ। ਇਸ ਕਰਕੇ ਸਰੀਰ 'ਤੇ ਹੀ ਧਾਰਨ ਕਰਨ ਲੱਗ ਪੈਂਦੇ ਨੇ ਕਿਸੇ ਇਸ ਤਰ੍ਹਾਂ। ਭਗਤ ਕਬੀਰ ਸਾਹਿਬ ਜੀ ਕਹਿੰਦੇ ਕਾਮਨੀ, ਫਿਰ ਇਸੇ ਪ੍ਰਕਾਰ ਜਿਹੜੀ ਚਰਚਾ ਵੀ ਕਰਦੇ ਨੇ ਉਹਦੇ ਵਿੱਚ ਵੀ ਜਿਹੜਾ ਕਾਮਾਦਿਕ ਰਸਾਂ ਦੀ ਗੱਲ ਹੈ ਉਹਦੀ ਬਹੁਤਾਤ ਜ਼ਿਆਦਾ ਰਹਿੰਦੀ ਹੈ। ਤਾਂ ਕਹਿੰਦੇ ਸਿਖਰ ਤਜਾ ਫਹਿਰਾਏ। ਅਤੇ ਜਦੋਂ ਕੁਝ ਵੀ ਨਹੀਂ ਹੁੰਦਾ ਇਹ ਸਾਰਾ ਕੁਝ, ਉਦੋਂ ਵੀ ਆਖਦੇ ਹਨ ਕਿ ਕੋਈ ਨਾ ਕੋਈ ਕਿਤੋਂ ਨਾ ਕਿਤੋਂ ਸਾਡੀ ਵੁਕਤ ਦੀ ਜਿਹੜੀ ਹੈ ਸੱਦ ਸੁਣਾਈ ਦੇਵੇ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ 4 ਪੱਧਰਾਂ ਕਰਕੇ ਮਾਇਆ ਵਿਆਪ ਰਹੀ ਹੈ। ਤਾਂ ਮਨੁੱਖ ਕਿਸ ਪੱਧਰ 'ਤੇ ਆਪਣੇ ਆਪ ਨੂੰ ਨਿਰਲਿਪ ਕਰੇਗਾ? ਇਸ ਕਰਕੇ ਆ ਗਏ ਤਾਂ ਤੇ ਭਲੀ ਮਦੂਕਰੀ। ਕਹਿੰਦੇ ਇਸ ਕਰਕੇ ਮਦੂਕਰੀ ਚੰਗੀ ਹੈ ਕਿ ਜਿਹੜਾ ਮਨੁੱਖ ਸਤ ਸੰਗਤ ਦੇ ਵਿੱਚ ਗੁਣਤਾ ਗਾ ਸਕਦਾ ਹੈ। ਇਹਨਾਂ 4 ਚੀਜ਼ਾਂ ਨੇ ਇੰਨਾ ਪ੍ਰਭਾਵਿਤ ਕੀਤਾ ਹੈ ਕਿ ਮਨੁੱਖ ਆਪਣੀ ਸੁਰਤ ਨੂੰ ਕਿਸੇ ਅਧਿਆਤਮਕ ਕਰਮ ਵਾਲੇ ਪਾਸੇ ਲਿਜਾ ਹੀ ਨਹੀਂ ਰਿਹਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇੰਨੀਆਂ ਸੰਪਦਾਵਾਂ ਦਾ, ਇੰਨੇ ਧਨ ਆਦਿਕ ਦਾ ਹੋਣ ਦਾ ਫਿਰ ਕੀ ਅਰਥ ਰਹਿ ਜਾਂਦਾ ਜੇ ਜੀਵਨ ਦਾ ਅਸਲ ਮਨੋਰਥ ਹੀ ਵਿਸਰ ਜਾਵੇ? ਫਿਰ ਇਹਦੇ ਨਾਲੋਂ ਚੰਗਾ ਇਹ ਹੈ ਕਿ ਮਾਇਆ ਦੀ ਸਮੁੱਚੀ ਪਕੜ ਛੱਡ ਕੇ ਅਤੇ ਭਗਤੀ ਕਰਮ ਕਰਨਾ ਅਤੇ ਥੋੜ੍ਹਾ ਮੰਗ ਕੇ ਗੁਜ਼ਾਰਾ ਕਰਕੇ ਕਰ ਲਿਆ ਜਾਵੇ ਤਾਂ ਕਿ ਸਹੀ ਕਰਮਾਂ ਦੀ ਰੁਚਨਾ ਤਾਂ ਬਣੀ ਰਹੇ। ਹੁਣ ਮਦੂਕਰੀ ਸ਼ਬਦ ਦਾ ਵਿਸਥਾਰ ਆਪਦੇ ਸਨਮੁਖ ਰੱਖਦਿਆਂ, ਮਦੂਕਰੀ ਭਿੱਖਿਆ ਨਹੀਂ ਹੁੰਦੀ। ਮਦੂਕਰੀ ਸ਼ਾਇਦ ਹੁਣ ਤਾਂ ਚਲੋ ਸਾਨੂੰ ਬਹੁਤ ਧਰਮ ਦੇ ਕਰਮ ਪੰਜਾਬ 'ਚ ਰਹਿ ਹੀ ਨਹੀਂ ਗਏ। ਮਦੂਕਰੀ ਕੀ ਹੁੰਦੀ ਸੀ ਕਿ ਜਿਹੜੇ ਧਰਮ ਮੰਦਰਾਂ 'ਤੇ ਰਹਿਣ ਵਾਲੇ ਪੁਜਾਰੀ ਲੋਕ, ਖਾਸ ਕਰਕੇ ਬ੍ਰਾਹਮਣ ਮੱਤ ਦੇ, ਉਹ ਕੀ ਹੁੰਦਾ ਸੀ ਕਿ ਉਹ ਲੈ ਕੇ ਇੱਕ ਪਾਤਰ ਮੰਗਣ ਵਾਲਾ, ਤਾਂ 11 ਤੋਂ 12 ਵਜੇ ਕੇਵਲ 1 ਘੰਟਾ ਨਿਕਲਦੇ ਸਨ। ਤਾਂ ਉਹਨਾਂ ਦੇ ਮੰਗਣ ਵਾਲੇ ਘਰਾਂ ਦੀ ਗਿਣਤੀ ਕੇਵਲ 3 ਜਾਂ 4 ਹੁੰਦੀ ਸੀ, ਵਧੀਕ ਨਹੀਂ। ਉਹਦੇ ਨੇਮ ਹੁੰਦੇ ਸਨ 2 ਤੋਂ ਵੱਧ ਵਾਰੀ ਆਵਾਜ਼ ਨਹੀਂ ਦੇਣੀ, ਅਤੇ ਉਹਦੇ ਤੋਂ ਇਲਾਵਾ ਜਿਹੜਾ ਪੱਕਿਆ ਹੋਇਆ ਭੋਜਨ ਲੈਣਾ, ਕੱਚਾ ਭੋਜਨ ਨਹੀਂ ਲੈਣਾ। ਜੇ ਪਾਤਰ ਇੱਕ ਘਰ ਦੇ ਵਿੱਚੋਂ ਭਰ ਗਿਆ ਤਾਂ ਉੱਥੋਂ ਹੀ ਵਾਪਸ ਆ ਜਾਣਾ, ਦੂਜੇ ਘਰ ਨਹੀਂ ਜਾਣਾ। ਸਿਰਫ 4 ਘਰ ਮੰਗਣੇ ਹੁੰਦੇ ਸਨ। ਤਾਂ ਪੱਕਿਆ ਭੋਜਨ ਲੈ ਕੇ ਅਤੇ ਉਹ ਆ ਕੇ ਜਿਹੜਾ ਉਹ ਮੂਰਤੀਆਂ ਨੂੰ ਭੋਗ ਲਵਾਉਂਦੇ ਸਨ, ਉਹਦਾ ਲਵਾਉਂਦੇ ਸਨ। ਉਹਦੇ ਵਿੱਚੋਂ ਕੁਝ ਬਚ ਜਾਣਾ ਅਤੇ ਆਪਣੇ ਪਾਸ ਉਹ ਛਕ ਲੈਂਦੇ ਸਨ ਅਤੇ ਸਾਰਾ ਦਿਨ ਠਾਕੁਰ ਭਜਨ ਕਰਦੇ ਰਹਿਣਾ। ਇਹ ਮਦੂਕਰੀ ਦਾ ਇੱਕ ਨੇਮ ਸੀ। ਹੁਣ ਵਿਸਰ ਗਿਆ, ਹੌਲੀ ਹੌਲੀ ਇਹ ਭਿੱਖਿਆ ਬਣ ਗਈ। ਅਤੇ ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਮਦੂਕਰੀ ਕਿ ਥੋੜ੍ਹਾ ਆਪਣੇ ਜੀਵਨ ਦੀਆਂ ਸਰੀਰ ਦੀਆਂ ਲੋੜਾਂ ਪੂਰੀਆਂ ਕਰ ਲਈਆਂ, ਪਰ ਆਪਣਾ ਭਗਤੀ ਕਰਮ ਨੂੰ ਪ੍ਰਮੁੱਖਤਾ ਦੇ ਕੇ ਅਤੇ ਜੀਵਨ ਦੇ ਵਿੱਚ ਸਾਰੀ ਮਾਇਆ ਦੇ ਪ੍ਰਭਾਵ ਨੂੰ ਨਿਰਲਿਪਤ ਕਰ ਦਿੱਤਾ। ਕਹਿੰਦੇ ਇਹ ਜੀਵਨ ਜ਼ਿਆਦਾ ਉੱਤਮ ਹੈ। ਇਹ ਪਹਿਲਾ ਭਾਵ। ਦੂਜਾ ਭਾਵ ਸ਼ਲੋਕ ਦਾ ਆਪਦੇ ਸਨਮੁਖ ਰੱਖਦਿਆਂ, ਇੱਕ ਸੰਤ ਦੇ ਕੋਲ ਇੱਕ ਕੁਟੀਆ ਹੈ ਜਿਹਦੇ ਉੱਪਰ ਕੋਈ ਪੱਕਾ ਨਹੀਂ ਹੈ, ਕੱਚੀ ਜਿਹੀ ਹੈ ਘਾਹ ਫੂਸ ਦੀ, ਪਰ ਫਿਰ ਵੀ ਉਹਦੇ ਵਿੱਚੋਂ ਧਰਮ ਦਾ ਕਰਮ ਪੈਦਾ ਹੋ ਰਿਹਾ। ਸੰਸਾਰੀ ਮਨੁੱਖਾਂ ਦੀ ਮਾਇਆ ਵਾਲੀ ਦੌੜ ਨੂੰ ਸੰਤ ਦੀ ਕੁਟੀਆ ਵਿੱਚ ਆ ਕੇ ਵਿਸ਼ਰਾਮ ਲੱਗ ਜਾਂਦਾ ਹੈ। ਸੰਸਾਰ ਭੱਜਾ ਫਿਰਦਾ ਮਾਇਆ ਦੇ ਕੌਤਕਾਂ ਦੇ ਵਿੱਚ,
ਪਰ ਸੰਤ ਦੀ ਕੁਟੀਆ ਦੇ ਵਿੱਚ ਆ ਕੇ ਵਿਸ਼ਰਾਮ ਲੱਗ ਰਿਹਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਚਾਰ ਜੇ ਸਾਧਨ ਤੇਰੇ ਪਾਸ ਹਨ, ਉੱਚੇ ਭਵਨ ਹਨ। ਉੱਚੇ ਭਵਨਾਂ ਦੇ ਵਿੱਚ ਕੋਈ ਸਤ ਸੰਗਤ ਦਾ, ਕੋਈ ਗੁਰਮਤਿ ਸਭਾ ਦਾ, ਕੋਈ ਸ਼ਬਦ ਦੀ ਵਿਚਾਰ ਦੀ ਮਜਲਿਸ ਜੁੜ ਰਹੀ ਹੈ। ਜੇ ਨਹੀਂ ਜੁੜ ਰਹੀ ਤਾਂ ਭਾਵੇਂ ਦੂਜੀਆਂ ਜਿੰਨੀਆਂ ਮਰਜ਼ੀ ਖਾਣ ਪੀਣ ਦੀਆਂ ਮਹਿਫਲਾਂ ਸਜੀਆਂ ਹੋਣ, ਉਹਨਾਂ ਦਾ ਕੋਈ ਅਰਥ ਨਹੀਂ। ਇਹ ਧਰਤੀ 'ਤੇ ਬੋਝ ਬਣ ਗਿਆ ਤੇਰਾ ਘਰ। ਤਾਂ ਕਹਿੰਦੇ ਊਚ ਭਵਨ। ਇਸ ਕਰਕੇ ਗੁਰਬਾਣੀ ਵਿੱਚ ਵਾਕ ਹੁੰਦਾ ਕਿ ਜੇ ਗੁਰਮੁਖਾਂ ਕੋਲੋਂ ਮਾਇਆ ਉਹ ਵੀ ਪਵਿੱਤਰ ਹੋ ਜਾਂਦੀ ਹੈ, ਕਿਉਂ ਉਹਦਾ ਪ੍ਰਯੋਜਨ ਧਰਮ ਬਣਾ ਲੈਂਦੇ ਹਨ। ਊਚ ਭਵਨਾਂ ਦੀ ਮੈਂ ਐਡੀ ਕਈ ਵਾਰੀ ਹਉਮੈ ਦੇਖੀ ਆਪਣੇ ਨਿੱਜੀ ਜੀਵਨ ਦੇ ਵਿੱਚ ਕਿ ਆਪਣੇ ਘਰ ਤਾਂ ਕੀ, ਆਪਣੀ ਗਲੀ ਦੇ ਵਿੱਚੋਂ ਕਿਸੇ ਆਮ ਮੰਗਤੇ ਦਾ ਗੁਜ਼ਰਨਾ ਵੀ ਬਰਦਾਸ਼ਤ ਨਹੀਂ ਕੀਤਾ ਜਾਂਦਾ। ਅੰਮ੍ਰਿਤਸਰ ਸ਼ਹਿਰ ਦੇ ਵਿੱਚ ਮੈਂ ਖੁਦ ਦੇਖਿਆ, ਇੰਨੀ ਜ਼ਿਆਦਾ ਊਚ ਭਵਨਾਂ ਦੀ ਹਉਮੈ ਬਣ ਗਈ ਕਿ ਸਾਡੀ ਕਲੋਨੀ ਦੇ ਵਿੱਚ ਇੱਕ ਮੰਗਤਾ ਵੀ ਕਿੱਥੋਂ ਗੁਜ਼ਰ ਜਾਵੇ, ਮਤਲਬ ਇਹ ਸਾਡੀ ਕਲੋਨੀ ਦੀ ਆ, ਸਾਡੇ ਘਰ ਦੀ ਤਾਂ ਕੀ, ਸਾਡੀ ਕਲੋਨੀ ਦੀ ਵੀ ਇੱਜ਼ਤ ਘਟਾ ਰਿਹਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਊਚ ਭਵਨ ਦਾ ਇੱਕ ਤਾਂ ਪਹਿਲਾਂ ਹੀ ਹੰਕਾਰ ਬਣਿਆ ਹੋਇਆ ਮਨ 'ਚ, ਇੱਕ ਉਹਦੀ ਗਹਿਰੀ ਪਕੜ ਬਣੀ ਹੋਈ ਹੈ। ਇਸ ਤਰ੍ਹਾਂ ਦਾ ਕਹਿੰਦੇ ਜਿਹੜਾ ਜੀਵਨ ਹੈ, ਜੇ ਇਹ ਧਰਮ ਦੇ ਕਰਮ ਵੱਲ ਨਹੀਂ ਪ੍ਰਫੁੱਲਤ ਹੋ ਰਿਹਾ ਤਾਂ ਇਹਦੇ ਵਿੱਚ ਕੋਈ ਧਰਮ ਦਾ ਕਰਮ ਨਹੀਂ ਪੈਦਾ ਹੋ ਰਿਹਾ, ਕਿਸੇ ਸਾਧ ਪੁਰਖ ਦਾ ਨਹੀਂ ਆਉਣਾ ਹੋ ਰਿਹਾ, ਕੋਈ ਗੁਰਮੁਖਾਂ ਦੀ ਮਜਲਿਸ ਨਹੀਂ ਜੁੜ ਰਹੀ, ਕੋਈ ਧਰਮ ਨੂੰ ਪ੍ਰਫੁੱਲਤ ਕਰਨ ਵਾਲਾ ਕਾਰਜ ਨਹੀਂ ਹੋ ਰਿਹਾ, ਜਾਂ ਇੱਥੇ ਖੁਦ ਕੋਈ ਬੰਦਗੀ ਦਾ ਅਭਿਆਸ ਨਹੀਂ ਹੋ ਰਿਹਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸ ਜਗ੍ਹਾ ਨੇ ਧਰਤੀ ਨੂੰ ਭਾਰ ਬਣਾ ਦੇਣਾ, ਕਿਉਂਕਿ ਕਰਮ ਨਾ ਹੋਣ ਕਰਕੇ। ਇਸ ਕਰਕੇ ਅਸੀਂ ਗੁਰੂਦੁਆਰ, ਇਸ ਹੈ ਤਾਂ ਇਹ ਵੀ ਇਮਾਰਤ ਦੂਜੇ ਘਰਾਂ ਵਰਗੀ, ਪਰ ਗੁਰੂਦੁਆਰ ਕਿਉਂ ਕਹਿੰਦੇ ਆ? ਇੱਥੇ ਗਿਆਨ ਦੀ, ਸ਼ਬਦ ਦੀ ਅਤੇ ਜੀਵਨ ਦੇ ਅਸਲ ਮਨੋਰਥ ਦੀ ਚਰਚਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਊਚ ਭਵਨ ਦੇ ਨਾਲ ਵੀ ਧਰਮ ਕਮਾਇਆ ਜਾ ਸਕਦਾ ਹੈ, ਪਰ ਮਨੁੱਖ ਕਰਦਾ ਕੀ ਹੈ ਕਿ ਉਹਦੀ ਫਿਤਰਤ ਛੋਟੀ ਹੈ। ਆਪਣੀ ਫਿਤਰਤ ਦੇ ਵਿੱਚ ਸਮਝਦਾ ਮੈਂ ਨਿਰਮਾਣ ਕੀਤਾ ਅਤੇ ਮੇਰਾ ਹੀ ਹੋਣਾ ਚਾਹੀਦਾ, ਇਹਦੇ ਵਿੱਚ ਮੇਰੀ ਹੀ ਗੱਲ ਹੋਣੀ ਚਾਹੀਦੀ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸ ਕਰਕੇ ਵੀ ਮਾਇਆ ਦੇ ਤਹਿਤ ਮਨੁੱਖ ਭਰਮਦਾ ਹੈ। ਅੱਗੇ ਆ ਜਾਂਦਾ ਕਨਕ। ਕਨਕ ਦਾ ਭਾਵ ਸੋਨਾ। ਜਿਹੜੀ ਧਾਤਾਂ ਆਦਿਕ ਦੀ ਉੱਤਮਤਾ ਆਈ, ਉਹਦੀ ਅਮੀਰੀ ਦੇ ਨਾਲ ਕੋਈ ਧਰਮ ਦਾ ਕਰਮ ਅਰਥ ਕਮਾਉਣ ਦੀ ਬਜਾਏ ਉਹਨੂੰ ਆਪਣੀ ਇਸ ਕੱਚੀ ਦੇਹ ਦਾ ਸ਼ਿੰਗਾਰ ਬਣਾਉਂਦਾ ਹੈ। ਹੈਰਾਨਗੀ ਕਈ ਦਫਾ ਆਉਂਦੀ ਹੈ ਕਿ ਮਨੁੱਖ ਕਿੰਨੀਆਂ ਮਤਲਬ ਅਣਜਾਣਪੁਣੇ 'ਚ ਭਰਮਿਆ ਫਿਰਦਾ। ਮੈਂ ਪਹਿਲਾਂ ਨੁਕਤਾ ਅਰਜ਼ ਕਰ ਦਿੱਤਾ ਸੀ ਕਿ ਜਿਹਨੂੰ ਧਰਮ ਦਾ ਮਨੋਰਥ ਨਹੀਂ ਨਾ ਯਾਦ ਰਹਿੰਦਾ, ਉਹ ਆਪਣੇ ਇਸ ਜੀਵਨ ਦੀ ਉੱਤਮਤਾ ਨੂੰ ਪਛਾਣਨ ਦੀ ਬਜਾਏ ਚੀਜ਼ਾਂ ਦੇ ਵਿੱਚੋਂ ਆਪਣੇ ਜੀਵਨ ਦੀ ਮਹੱਤਤਾ ਨੂੰ ਸਪਸ਼ਟ ਕਰਦਾ ਹੈ। ਉਹ ਇਹ ਨਹੀਂ ਦੱਸਦਾ ਕਿ ਮੈਂ ਆਪਣੇ ਜੀਵਨ ਦੇ ਵਿੱਚ ਜਿਹੜੀ ਮੱਤ ਬੁੱਧ ਜੀਵਨ ਦੇ ਤਾਣ ਮਿਲੇ, ਇਹਨਾਂ ਦੇ ਨਾਲ ਸੁਚਤਮ ਕਰਮਾਂ ਦੀ ਬੰਦਗੀ ਦੇ ਧਨ ਦੀ ਕਿੰਨੀ ਰਾਸ ਕਮਾਈ ਹੈ। ਕਿਉਂਕਿ ਭਰਮਿਆ ਹੋਇਆ ਹੈ ਜੀਵ, ਅਤੇ ਭਰਮੇ ਹੋਏ ਦੇ ਵਿੱਚੋਂ ਦੂਜੀਆਂ ਚੀਜ਼ਾਂ ਜਿਹੜੀਆਂ ਅਸਥਿਰ ਹਨ ਜਾਂ ਉਹਦੀ ਪਕੜ ਤੋਂ ਪਰਾਂ ਹਨ ਜਾਂ ਕਾਲ ਦੀ ਮਾਰ ਦੇ ਅਧੀਨ ਹਨ, ਉਹਨਾਂ ਨਾਲ ਆਪਣੀ ਮਹੱਤਤਾ ਸਿੱਧ ਕਰਦਾ ਹੈ। ਤਾਂ ਫਿਰ ਉਹਦੇ ਤੋਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਨਕ ਭਾਵ ਜਿਹੜੀ ਸੋਨੇ ਆਦਿਕ ਦੀ ਰਾਸ ਹੈ, ਉਹਦੇ ਨਾਲ ਵੀ ਭਗਤ ਕਬੀਰ ਸਾਹਿਬ ਜੀ ਕਹਿੰਦੇ ਕੋਈ ਉੱਚਤਮ ਕਰਮ ਨਹੀਂ ਕਮਾਉਂਦਾ, ਅਤੇ ਇਸੇ ਤੋਂ ਅੱਗੇ ਕਾਮ ਨਹੀਂ। ਹੁਣ ਕਹਿੰਦੇ ਜਿਵੇਂ ਨਾ ਜਿਹੜਾ ਸਾਡਾ ਗ੍ਰਸਤ ਦਾ ਨੇਮ ਪੈਦਾ ਹੋਇਆ ਸਿੱਖਾਂ ਦੇ ਵਿੱਚ, ਉਹਦਾ ਕਾਰਨ ਇਹ ਸੀ ਕਿ ਮਨੁੱਖ ਨੂੰ ਜਿਹੜੀ ਭਗਤੀ ਕਰਮ ਦੀ ਚੇਸ਼ਟਾ ਹੈ, ਇਸਤਰੀ ਵੱਲੋਂ ਉਹਦੇ ਤੋਂ ਸਹਾਇਤਾ ਮਿਲੇ। ਜਿਵੇਂ ਅਸੀਂ ਪੁਰਾਤਨ ਸਮਿਆਂ 'ਚ ਜ਼ਿਕਰ ਸੁਣਦੇ ਹਾਂ ਰਾਜੇ ਹਰੀਸ਼ ਚੰਦਰ ਦੀ ਰਾਣੀ ਤਾਰਾ ਦਾ, ਉਹਨੇ ਭਗਤੀ ਕਰਮ ਦੀ ਚੇਸ਼ਟਾ ਲਾਈ ਉਹਨੂੰ। ਦੂਜੇ ਪਾਸੇ ਜਦੋਂ ਅਸੀਂ ਗੁਰੂ ਸਾਹਿਬਾਨਾਂ ਦੇ ਜੀਵਨ 'ਚ ਦੇਖਦੇ ਹਾਂ ਤਾਂ ਮਾਤਾ ਖੀਵੀ ਜੀ ਵਰਗੇ, ਬੀਬੀ ਖੀਵੀ ਜੀ ਵਰਗੇ ਜਿਹੜੇ ਸੰਗਤ ਦੇ ਕਰਮਾਂ ਵੱਲ ਰੁਚਿਤ ਹੋਏ, ਅਤੇ ਭਗਤ ਗੁਰਬਾਣੀ 'ਚ ਵਾਕ ਹੁੰਦਾ ਜੋ ਪੁਰਖ ਹੈ ਕਰ ਭਗਤੀ ਨਾਰ ਹੈ ਅਤ ਲੋਚੈ ਭਗਤੀ ਪਾਏ, ਕਿ ਇਸਤਰੀ ਉਹ ਜਿਹੜੀ ਮਨੁੱਖ ਨੂੰ ਭਗਤੀ ਕਰਮ ਵਾਲੇ ਪਾਸੇ ਪ੍ਰੇਰੇ, ਅਤੇ ਜੇ ਉਹਨੂੰ ਕਾਮ ਦੀ ਮਲੀਨਤਾ ਵਾਲੇ ਪਾਸੇ ਖਿੱਚਦੀ ਰਹੇ ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹ ਵੀ ਜੀਵ ਦੇ ਲਈ ਇੱਕ ਛੋਟੀ ਸੀਮਾ ਹੋ ਨਿਬੜਦੀ ਹੈ, ਕਿਉਂਕਿ ਸਦਾ ਹੀ ਚੇਸ਼ਟਾ ਰਹਿੰਦੀ ਹੈ ਕਿ ਸਾਡੇ ਅਧੀਨ ਰਹੇ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੇ ਉਹੀ ਇਸਤਰੀ ਮਤਲਬ ਭਗਤੀ ਕਰਮ ਦੇ ਲਈ ਸਹਾਇਕ ਹੋ ਜਾਵੇ ਅਤੇ ਜੀਵ ਨੂੰ ਉਸ ਕਰਮ ਦੀ ਸੇਧ 'ਤੇ ਚਲਾ ਦੇਵੇ ਤਾਂ ਉਹ ਆਪਣੇ ਘਰ ਨੂੰ ਭਗਤੀ ਦਾ ਮੁਕਾਮ ਬਣਾ ਦਿੰਦੀ ਹੈ। ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਮਾਇਆ ਦੇ ਵਿੱਚ ਭਰਮੀ ਹੋਈ ਇਸਤਰੀ ਨੂੰ ਇਹ ਵੀ ਖਿਆਲ ਨਹੀਂ ਰਹਿੰਦਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਸਿਖਰ ਤਜਾ ਫਹਿਰਾਏ। ਅਤੇ ਫਿਰ ਜਿਹੜੇ ਬੋਲ ਬਾਲਿਆਂ ਦਾ ਜ਼ਿਕਰ ਕਰਦਾ ਰਹਿੰਦਾ ਕਿ ਹਰ ਵੇਲੇ ਮੇਰੀ ਤੂਤੀ ਬੋਲਦੀ ਰਹੇ, ਕਦੇ ਨਹੀਂ ਜਾਣਦਾ ਕਿ ਜਿਨ੍ਹਾਂ ਦੀ ਤੂਤੀ ਮੇਰੇ ਤੋਂ ਵੱਡੀ ਵੱਜਦੀ ਸੀ ਉਹਨਾਂ ਦੀ ਅੱਜ ਕਿਤੇ ਸੁਣਾਈ ਨਹੀਂ ਦਿੰਦੀ। ਗੁਰਬਾਣੀ 'ਚ ਵਾਕ ਕਹਿੰਦੇ ਨੇ 12 ਜੋਜਰ ਛਤਰ ਚਲੈ ਥਾ ਦੇਹੀ ਗਿਰਜਨ ਖਾਈ। ਜਰਾ ਕੁ ਜਿੰਨਾ ਛੋਟਾ ਮੋਟਾ ਉਹਦਾ ਹਾਸਲ ਹੋ ਜਾਏ ਸਾਰੇ ਨਗਰ ਦੇ ਭਾਅ ਦੀ ਬਣਾ ਦਿੰਦਾ। ਤਾਂ ਸਤਿਗੁਰੂ ਸਾਹਿਬ ਜੀ ਕਹਿੰਦੇ 12 ਯੋਜਨ, ਇੱਕ ਯੋਜਨ ਦੇ ਵਿੱਚ ਕਈ 100 ਕਿਲੋਮੀਟਰ ਹੁੰਦੇ ਨੇ, ਅਤੇ ਇੰਨੇ ਕਿਲੋਮੀਟਰਾਂ ਤੱਕ ਉਹਨਾਂ ਦਾ ਇੱਕ ਛੱਤ ਰਾਜ ਚੱਲਦਾ ਸੀ।
ਪਰ ਕਹਿੰਦੇ ਤਾਂ ਵੀ ਜੀਵਨ ਦੀ ਪ੍ਰਤੀਤ ਕਿੰਨੀ ਛੋਟੀ ਰਹੀ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਾਂ ਤਾਂ ਇਹਨਾਂ ਸਾਰਿਆਂ ਵਸੀਲਿਆਂ ਨੂੰ ਧਰਮ ਦੇ ਕਰਮ ਵਾਲੇ ਪਾਸੇ ਲਗਾ ਕੇ ਤੇ ਧਰਤੀ ਦਾ ਕਲਿਆਣ ਕੀਤਾ ਜਾਵੇ। ਜੇ ਧਰਤੀ ਦਾ ਕਲਿਆਣ ਨਹੀਂ ਕਰ ਸਕਦੇ ਤਾਂ ਫਿਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹ ਸਾਰਾ ਕੁਝ ਧਰਤੀ ਦੇ ਲਈ ਬੋਝ ਬਣ ਰਿਹਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸ ਜੀਵਨ ਨਾਲੋਂ ਚੰਗਾ ਹੈ ਤਾਂ ਤੇ ਭਲੀ ਮਧੁਕਰੀ ਸੰਤ ਸੰਗ ਗੁਣ ਗਾਏ। ਕਿਉਂ? ਹੁਣ ਇਹਦੇ ਵਿੱਚ ਪ੍ਰਯੋਜਨ ਹੈ ਕਿ ਜੇ ਕੁੱਲ ਭਗਤੀ ਦੀ ਕਾਰ ਵਿੱਚੋਂ ਮੰਗਣ ਕਰਕੇ ਥੋੜ੍ਹਾ ਜਿਹਾ ਫਲ ਦੇਣ ਵਾਲੇ ਨੂੰ ਜਾਏਗਾ, ਪਰ ਫਿਰ ਵੀ ਤਾਂ ਭਗਤੀ ਦੀ ਰਾਸ ਬੜੀ ਪੱਲੇ ਰਹੇਗੀ ਅਤੇ ਮਨੁੱਖ ਦਾ ਜੀਵਨ ਕਲਿਆਣਕਾਰੀ ਰਹੇਗਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਤਾਂ ਤੇ ਭਲੀ ਮਧੁਕਰੀ। ਹੁਣ ਇਸ ਸ਼ਲੋਕ ਦਾ ਇੱਕ ਭਾਵ ਆਪਦੇ ਸਨਮੁਖ ਹੋ ਰੱਖਦਿਆਂ, ਊਚ ਭਵਨ। ਊਚ ਭਵਨ ਦਾ ਅਰਥ ਹੈ ਕਿ ਸਭ ਤੋਂ ਅਸਲ ਜਿਹੜਾ ਮੰਦਰ ਹੈ, ਜਿਹਦੇ ਵਿੱਚ ਜਿਹਦੀ ਸਭ ਤੋਂ ਵੱਡੀ ਸ਼ੋਭਾ ਹੋਣੀ ਚਾਹੀਦੀ ਹੈ, ਉਹ ਮਨੁੱਖ ਦਾ ਸਰੀਰ ਹੈ। ਕਿਉਂਕਿ ਇਸ ਸਰੀਰ ਦੇ ਵਿੱਚ ਪ੍ਰਭੂ ਜੋਤ ਵਾਸ ਕਰਦੀ ਹੈ। ਇਹਦੇ ਨਾਲ ਹੀ ਬਾਕੀ ਭਵਨਾਂ ਦੇ ਨਿਰਮਾਣ ਦੀ ਲੋੜ ਸਮਝਦਾ ਹੈ। ਕਨਕ ਦਾ ਭਾਵ ਜਿਹੜੀ ਬੁੱਧ ਮਿਲੀ ਹੈ ਇਹ ਬੜੀ ਸੁੰਦਰ ਹੈ। ਇਸ ਬੁੱਧ ਦੇ ਨਾਲ ਉੱਤਮ ਕਰਮ ਕਮਾ ਕੇ ਮਨੁੱਖ ਦਾ ਜੀਵਨ ਕੰਚਨ ਵਰਗਾ ਹੋ ਸਕਦਾ ਹੈ। ਕਾਮਨੀ ਦਾ ਭਾਵ ਕਿ ਮਨੁੱਖ ਦੇ ਅੰਦਰ ਜਿਹੜੀਆਂ ਕਾਮਨਾਵਾਂ ਹਨ, ਜੇ ਉਹ ਸੰਸਾਰ ਮੁਖੀ ਨਾ ਹੋ ਕੇ ਅਧਿਆਤਮ ਵਰਗੀਆਂ ਹੋ ਜਾਣ ਤਾਂ ਮਨੁੱਖ ਆਪਣੇ ਜੀਵਨ 'ਚ ਅਧਿਆਤਮਕ ਕਰਮ ਕਰਨ ਲੱਗਦਾ ਅਤੇ ਸਿਖਰ ਤਜਾ। ਜੇ ਦੁਨਿਆਵੀ ਬੋਲ ਬਾਲਿਆਂ ਦੀ ਬਜਾਏ ਭਗਤ ਰੂਪ ਹੋ ਕੇ ਸੰਸਾਰ ਵਿੱਚ ਆਪਣੀ ਪ੍ਰਤੀਤ ਕਮਾਵੇ ਤਾਂ ਮਨੁੱਖ ਦਾ ਜੀਵਨ ਸਾਰਥਕ ਹੋ ਸਕਦਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਤਾਂ ਤੇ ਭਲੀ ਮਧੁਕਰੀ। ਇੰਨੇ ਸਾਰੇ ਯਤਨਾਂ ਦੇ ਬਾਵਜੂਦ ਜੇ ਮਧੁਕਰੀ ਮੰਗਣ ਦਾ ਕਰਮ ਕਰਕੇ ਭਗਤੀ ਕਰਮ ਦੀ ਲੋਚਾ ਬਣੀ ਰਹੇ, ਅਭਿਆਸ ਬਣਿਆ ਰਹੇ, ਇਹ ਜ਼ਿਆਦਾ ਉੱਤਮ ਹੈ। ਇੱਕ ਪ੍ਰਮਾਣ ਆਪਦੇ ਸਨਮੁਖ ਰੱਖਦੇ ਹਾਂ। ਕੋਈ ਕਹਿੰਦੇ ਕਿਸੇ ਸਮੇਂ ਕੋਈ ਬਹੁਤ ਵੱਡਾ ਅਮੀਰ ਫਕੀਰ ਹੋ ਗਿਆ, ਬੜਾ ਸਮਾਂ ਘਰ ਤੋਂ ਬਾਹਰ ਪਦਾਰਥਾਂ ਦੇ ਤਿਆਗ, ਇਸਤਰੀ ਦੇ ਤਿਆਗ, ਔਲਾਦ ਦੇ ਤਿਆਗ ਤੋਂ ਬਿਨਾਂ ਬਤੀਤ ਕਰ ਦਿੱਤਾ। ਉਹਦਾ ਕੋਈ ਅਮੀਰ ਦੋਸਤ ਸੀ, ਜਿਹੜੇ ਦੋਵੇਂ ਇਕੱਠੇ ਸਨ। ਜਦੋਂ ਉਹਨੂੰ ਬੜਿਆਂ ਸਾਲਾਂ ਬਾਅਦ ਪਤਾ ਲੱਗਾ ਕਿ ਮੇਰਾ ਇੱਕ ਅਮੀਰ ਦੋਸਤ ਫਕੀਰ ਹੋ ਗਿਆ, ਉਹਦੇ ਕੋਲੋਂ ਜਾ ਕੇ ਕਹਿੰਦਾ ਕਿ ਜਾ ਕੇ ਪੁੱਛਿਆ ਜਾਵੇ ਉਹਦਾ ਕਾਰਨ ਕੀ ਰਿਹਾ। ਉਹਦੇ ਕੋਲ ਗਿਆ ਬੜੀ ਖੋਜ ਭਾਲ ਤੋਂ ਬਾਅਦ, ਕਹਿਣ ਲੱਗਾ ਕਿ ਇਤਨਾ ਜ਼ਿਆਦਾ ਧਨ ਹੋਣ ਦੇ ਬਾਵਜੂਦ, ਸੁੱਖ ਸੰਪਦਾਵਾਂ ਹੋਣ ਦੇ ਬਾਵਜੂਦ ਧਨ ਦਾ ਤਿਆਗ ਕਿਉਂ ਕੀਤਾ? ਇਹਦਾ ਕਾਰਨ ਦੱਸ, ਇਹਦਾ ਕਾਰਨ ਮੈਨੂੰ ਕੋਈ ਸਪਸ਼ਟ ਕਾਰਨ ਦੱਸ। ਉਸਨੇ ਬੜਾ ਕਮਾਲ ਦਾ ਉੱਤਰ ਦਿੱਤਾ। ਕਹਿਣ ਲੱਗਾ ਸੰਚੇ ਸਨ ਪਦਾਰਥ, ਬਹੁਤ ਜ਼ਿਆਦਾ ਧਨ ਇਕੱਤਰਿਤ ਕੀਤਾ, ਪਰ ਦੇਖਿਆ ਕਿ ਉਸ ਸਾਰੇ ਸੰਚੇ ਹੋਏ ਧਨ ਨੇ ਮੈਨੂੰ ਬੜਾ ਗਰੀਬ ਕਰ ਦਿੱਤਾ। ਕਹਿੰਦਾ ਕਿਵੇਂ? ਕਹਿੰਦਾ ਧਨ ਸੰਚਿਆ, ਕਹਿੰਦਾ ਆਪਣਾ ਵਸੀਲਾ ਘੱਟ ਕਰਦਾ ਰਿਹਾ, ਮਤਲਬ ਥੋੜ੍ਹਾ ਜਿਹਾ ਪੂੰਜੀ ਨਿਵੇਸ਼ ਕਰਦਾ ਰਿਹਾ, ਹੋਰਾਂ ਦੀ ਮਿਹਨਤ ਕਰਕੇ ਮੈਨੂੰ ਬੜਾ ਅਪਾਰ ਧਨ ਪ੍ਰਾਪਤ ਹੁੰਦਾ ਰਿਹਾ। ਇੰਨੇ ਧਨ ਦੇ ਬਾਵਜੂਦ ਵੀ ਕਹਿੰਦਾ ਮੈਂ ਬੜਾ ਗਰੀਬ ਸਾਂ। ਕਹਿੰਦਾ ਕਿਸ ਤਰ੍ਹਾਂ? ਕਹਿੰਦਾ ਮਨ ਦੇ ਅੰਦਰ ਕਿਸੇ ਨੂੰ ਇੱਕ ਫੁੱਟੀ ਕੌੜੀ ਦੇਣ ਦੀ ਚਾਹਤ ਨਹੀਂ ਸੀ, ਅੰਦਰ ਦੀ ਗਰੀਬੀ ਦੇਖੀ ਜਦ, ਕਹਿੰਦਾ ਇਸ ਸਾਰੇ ਧਨ ਦਾ ਭਰਮ ਜਾਂਦਾ ਰਿਹਾ। ਫਿਰ ਮੈਨੂੰ ਲੱਗਿਆ ਕਿ ਅਮੀਰੀ ਅਸਲ ਅੰਦਰ ਦੀ ਹੈ, ਇਹ ਪਦਾਰਥ ਦੀ ਅਮੀਰੀ ਕੁਝ ਕੁ ਦਿਨਾਂ ਦੀ ਹੈ ਅਤੇ ਇਹਦੇ ਕਰਕੇ ਮੇਰੀ ਪ੍ਰਤੀਤ ਥਿਰ ਰਹਿਣ ਵਾਲੀ ਨਹੀਂ। ਕਹਿੰਦਾ ਬੜੇ ਪਦਾਰਥ ਹੁੰਦੇ, ਆਪਣੀ ਅੰਦਰੂਨ ਗਰੀਬ ਨਜ਼ਰ ਆਇਆ, ਇਸ ਕਰਕੇ ਸੋਚਿਆ ਕਿ ਫਿਰ ਕੋਈ ਜਿਹੜੀ ਅਸਲ ਅਮੀਰੀ ਉਹਨੂੰ ਲੱਭਿਆ ਜਾਏ। ਕਹਿੰਦਾ ਫਿਰ ਇਸਤਰੀ ਦਾ ਤਿਆਗ ਕੀਤਾ। ਕਹਿੰਦਾ ਕਿਉਂ? ਕਹਿੰਦਾ ਮੈਂ ਦੇਖਿਆ ਕਿ ਮਰਜ਼ਾਦਾ ਰੂਪ ਦੇ ਵਿੱਚ ਇਸਤਰੀ ਦਾ ਸੰਗ ਪ੍ਰਾਪਤ ਹੋ ਗਿਆ, ਔਲਾਦ ਦਾ ਨਿਰਮਾਣ ਹੋ ਗਿਆ, ਕਾਮਾਦਿਕ ਰਸਾਂ ਦੀ ਪੂਰਤੀ ਹੋ ਗਈ, ਪਰ ਕਾਮ ਦੇ ਤੌਰ 'ਤੇ ਇੰਨਾ ਜ਼ਿਆਦਾ ਹਲਕਿਆ ਹੋਇਆ ਸੀ ਕਿ ਉਹ ਦ੍ਰਿਸ਼ਟੀ ਇੱਕ ਤੋਂ ਪਰਾਂ 'ਤੇ ਜਾ ਰਹੀ ਸੀ ਅਤੇ ਕਿਤੇ ਠਹਿਰ ਹੀ ਨਹੀਂ ਰਹੀ ਸੀ ਅਤੇ ਕਾਮ ਦੀ ਤ੍ਰਿਸ਼ਨਾ ਹਰ ਵੇਲੇ ਵਿਆਪਕ ਕਰਦੀ ਰਹਿੰਦੀ ਸੀ। ਤਾਂ ਮੈਨੂੰ ਲੱਗਿਆ ਕਿ ਆਪਣੇ ਜੀਵਨ ਦੀ ਇਹ ਅਗਨ ਬੁਝਾਉਣੀ ਵੀ ਜ਼ਰੂਰੀ ਹੈ, ਇਸ ਕਰਕੇ ਉਹਦੇ ਤਿਆਗ ਵੱਲ ਗਿਆ। ਕਹਿੰਦਾ ਸੋਨੇ ਦਾ ਰਸ, ਕਹਿੰਦਾ ਉਹ ਇਸ ਕਰਕੇ ਗਿਆ ਕਿ ਜੀਵਨ ਦੇ ਵਿੱਚ ਜਿਹੜੀ ਸਰੀਰਕ ਸ਼ੋਭਾ ਦੀ ਪ੍ਰਤੀਤ ਹੈ ਇਹ ਵੀ ਮਨੁੱਖ ਨੂੰ ਭਰਮਾਉਂਦੀ ਹੈ। ਇਸ ਕਰਕੇ ਇੱਕ ਫਕੀਰੀ ਜੀਵਨ, ਸਾਦਾ ਜਿਹਾ ਲਿਬਾਸ ਹੋਵੇ ਤਾਂ ਉਹਦਾ ਮਨੁੱਖ ਕੀ ਹੰਕਾਰ ਕਰੇਗਾ ਜਾਂ ਕੀ ਉਹਦਾ ਦਿਖਾਵਾ ਕਰੇਗਾ। ਕਹਿੰਦਾ ਤਾਂ ਕਰਕੇ ਪ੍ਰਤੀਤ ਧਾਰਨ ਕੀਤੀ। ਸਾਰੇ ਉੱਤਰ ਦੇਣ ਤੋਂ ਬਾਅਦ ਉਹਨੇ ਕਿਹਾ, ਫਿਰ ਜਿਹੜਾ ਦੂਜਾ ਉਹਦਾ ਅਮੀਰ ਦੋਸਤ ਸੀ, ਕਹਿੰਦਾ ਤੂੰ ਫਿਰ ਧਨ ਦੇ ਵਿੱਚੋਂ ਇੰਨੀ ਬਾਰੀਕ ਸੋਝੀ ਕਿਵੇਂ ਪ੍ਰਾਪਤ ਕੀਤੀ? ਕਹਿੰਦਾ ਦੂਜੇ ਉਲਟੇ ਰੂਪ ਦੇਖਣੇ ਸ਼ੁਰੂ ਕੀਤੇ ਅਤੇ ਜਿਨ੍ਹਾਂ ਦੀ ਪਕੜ ਬਹੁਤ ਢਿੱਲੀ, ਉਹਨਾਂ ਦੇ ਕੋਲੋਂ ਕੀ ਹੈ। ਤਾਂ ਇਸੇ ਤਰ੍ਹਾਂ ਭਗਤ ਆਰੰਭ ਦੇ ਵਿੱਚ ਨੁਕਤਾ ਅਰਜ਼ ਕੀਤਾ ਸੀ ਕਿ ਜਦੋਂ ਅਸਲ ਅਮੀਰੀ ਦਾ ਅਨੁਭਵ ਬੰਦੇ ਨੂੰ ਹੁੰਦਾ ਹੈ, ਉਦੋਂ ਫਿਰ ਭਾਵੇਂ ਪਦਾਰਥਾਂ ਵਿੱਚ ਰਹਿ ਰਿਹਾ ਹੋਵੇ, ਉਹਦੀ ਤਲਾਸ਼ ਕੁਝ ਹੋਰ ਤਰ੍ਹਾਂ ਦੀ ਸ਼ੁਰੂ ਹੋ ਜਾਂਦੀ ਹੈ ਅਤੇ ਫਿਰ ਉਹਨਾਂ ਦੇ ਜਿਹੜੇ ਪਦਾਰਥਾਂ ਦੀ ਪਕੜ ਦੇ ਮਾਇਨੇ ਹਨ ਉਹਦੇ ਲਈ ਬਦਲ ਜਾਂਦੇ ਹਨ, ਉਹਦੀ ਪਕੜ ਨਹੀਂ ਬਣਾਉਂਦਾ। ਜਿਵੇਂ ਅੱਜ ਦਾ ਪਾਵਨ ਮੁਖਵਾਕ ਦੇਖੋ ਆਪ ਜੀ ਨੇ ਸ਼ਰਵਣ ਕੀਤਾ, ਉਹਦੇ ਵਿੱਚ ਕੀ ਹੈ ਕਿ ਭਗਤ ਕਬੀਰ ਗੁਰੂ ਰਾਮਦਾਸ ਸਾਹਿਬ ਜੀ ਬਖਸ਼ਿਸ਼ ਕਰਦੇ ਹਨ,
ਜਿਨ ਹਰ ਹਿਰਦੈ ਨਾਮ ਨ ਬਸਿਓ ਤਿਨ ਮਾਦ ਕੀਜੈ ਹਰ ਬਾਂਝਾ। ਉਹਦਾ ਭਾਵ ਕੀ ਹੈ ਕਿ ਇਹ ਧਰਤੀ ਬਖਸ਼ਿਸ਼ ਰੂਪ ਹੈ। ਪਾਣੀ, ਸ੍ਰਿਸ਼ਟ, ਹਵਾ ਜਾਂ ਹੋਰ ਜੋ ਕੁਝ ਵੀ ਇਹਦੇ ਵਿੱਚ ਸਮਰੱਥਾ ਨੇ ਸਾਡੀਆਂ ਪੈਦਾ ਕੀਤੀਆਂ ਹੋਈਆਂ ਨਹੀਂ ਹਨ। ਇਹ ਸਾਰੀਆਂ ਨਾਮ ਰੂਪ ਹਨ। ਅਤੇ ਜਦੋਂ ਮਨੁੱਖ ਇਸ ਧਰਤੀ 'ਤੇ ਆਉਂਦਾ ਹੈ ਅਤੇ ਮਾਇਆ ਦੇ ਵਿੱਚ ਭਰਮਿਆ ਹੋਇਆ ਨਾਮ ਨੂੰ ਆਪਣੇ ਅਧੀਨ ਕਰਨਾ ਚਾਹੁੰਦਾ ਹੈ ਕਿ ਆਹ ਸ੍ਰਿਸ਼ਟ ਉਂਝ ਸਾਰੇ ਜੀਵਾਂ ਦੇ ਲਈ ਸਾਂਝੀ ਹੈ, ਪਰ ਨਾਮ ਦੇ ਵਿੱਚ ਆਖਦਾ ਕਿ ਆਹ ਇੰਨੇ ਦਾਇਰੇ 'ਤੇ ਮੇਰੀ ਹੋਣੀ ਚਾਹੀਦੀ ਹੈ। ਫਿਰ ਉਹਦੇ ਲਈ ਮਾਇਆ ਦੇ ਨਿਜ਼ਾਮ ਪੈਦਾ ਕਰਦਾ ਹੈ ਅਤੇ ਧਰਤੀ 'ਤੇ ਜਿਹੜਾ ਇੱਕ ਪਰਮੇਸ਼ਵਰ ਦੀ ਬਖਸ਼ ਦਾ ਸਿਲਸਿਲਾ ਚੱਲਣਾ ਹੈ ਉਹਨੂੰ ਤੋੜ ਕੇ ਅਤੇ ਧਰਤੀ ਲਈ ਦੁੱਖ ਪੈਦਾ ਕਰਦਾ ਹੈ। ਜਿਵੇਂ ਜੰਗਲ ਦੇ ਜੀਵ, ਉਹਨਾਂ ਲਈ ਕੁਦਰਤੀ ਰੂਪ ਦੇ ਵਿੱਚ ਉਹ ਜ਼ਮੀਨ ਹੈ, ਪਰ ਜਿਹੜੀ ਨਾਮ ਤੋਂ ਬੇਮੁਖ ਹੋਈ ਸੁਰਤ ਹੈ ਉਹ ਆਪਣੇ ਅਧੀਨ ਕਰਨੀ ਚਾਹੁੰਦੀ ਹੈ। ਅਤੇ ਇਸ ਕਰਕੇ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਤਾਂ ਤੇ ਭਲੀ ਮਧੂਕਰੀ ਸੰਤ ਸੰਗ ਗੁਣ ਗਾਏ। ਇਸ ਕਰਕੇ ਉੱਤਮ ਹੈ ਉਹ ਮੰਗਣਾ ਵੀ ਉੱਤਮ ਹੈ ਜਿਹਦੇ ਨਾਲ ਭਗਤੀ ਕਰਮਾਂ ਦੀ ਚਾਹਨਾ ਬਣੀ ਰਹੇ, ਅਤੇ ਉਹ ਜਿਹੜਾ ਸੰਚਿਤ ਕਰਨਾ ਵੀ ਨਿਤਕ੍ਰਿਸ਼ਟ ਹੈ ਜਿਹਦੇ ਵਿੱਚੋਂ ਕੋਈ ਭਗਤੀ ਦਾ ਪ੍ਰਯੋਜਨ ਨਾ ਪੈਦਾ ਹੋਵੇ। ਕਬੀਰ ਪਾਟਨ ਤੇ ਊਜਰ ਭਲਾ ਰਾਮ ਭਗਤ ਜਿਹੇ ਠਾਏ। ਅਗਲੇ ਸਲੋਕ ਵਿੱਚ ਵੀ ਇਸੇ ਵਿਸ਼ੇ ਦੇ ਨਾਲ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਕਹਿੰਦੇ ਸੰਗਣੀ ਵਸੋਂ ਦੇ ਨਾਲੋਂ ਉਹ ਉਜਾੜ ਭਲੀ ਹੈ। ਕਬੀਰ ਪਾਟਨ ਤੇ ਊਜਰ ਭਲਾ, ਉਹ ਉਜਾੜ ਚੰਗੀ ਹੈ। ਰਾਮ ਭਗਤ ਜਿਹੇ ਠਾਏ, ਜਿੱਥੇ ਪ੍ਰਭੂ ਦਾ ਭਗਤ ਕੋਈ ਵਾਸ ਕਰਦਾ, ਭਗਤੀ ਕਰਮ ਦਾ ਅਭਿਆਸ ਕਰਦਾ ਹੈ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਰਾਮ ਸਨੇਹੀ ਬਾਹਰਾ ਜਮਪੁਰ ਮੇਰੇ ਪਾਏ। ਮੇਰੇ ਲਈ ਅਸਲ ਵਿੱਚ ਵਸਦੀ ਥਾਂ ਉਹੀ ਸੁਹਾਵਣੀ ਹੈ ਜਿੱਥੇ ਕੋਈ ਭਗਤੀ ਕਰਮ ਬਣ ਰਿਹਾ ਹੈ। ਉਸ ਤੋਂ ਇਲਾਵਾ ਤਾਂ ਸਾਰੀਆਂ ਜਿਹੜੀਆਂ ਥਾਵਾਂ ਹਨ ਉਹ ਜਮਪੁਰ ਹੀ ਹਨ। ਇਸ ਸਲੋਕ ਦੇ ਵਿੱਚ ਅੱਜ ਦੇ ਸੰਸਾਰ ਦਾ ਜਿਹੜਾ ਮਾਡਲ ਚੱਲ ਰਿਹਾ ਹੈ ਉਹਦੀ ਭਗਤ ਕਬੀਰ ਸਾਹਿਬ ਜੀ ਨੇ ਗਹਿਰੀ ਚਰਚਾ ਸਾਡੇ ਸਾਹਮਣੇ ਰੱਖੀ ਹੈ। ਅੱਜ ਮਨੁੱਖ ਦੇ ਕੋਲ ਉੱਚਾ ਭਵਨ ਹੈ, ਪਦਾਰਥਾਂ ਦੀ ਭਰਮਾਰ ਹੈ, ਸਾਰਾ ਕੁਝ ਉਹਦੇ ਕੋਲੋਂ ਭਰਪੂਰ ਹੈ, ਪਰ ਫਿਰ ਵੀ ਮਨੁੱਖ ਦੇ ਕੋਲ ਇੱਕ ਮਨ ਦਾ ਖਾਲੀਪਣ ਹੈ, ਜਿਹਨੂੰ ਵੈਸਟ ਵਾਲਿਆਂ ਨੇ ਐਨੀਹਿਲੇਸ਼ਨ ਦਾ ਰੋਗ ਕਿਹਾ, ਜਿਹਨੂੰ ਗੁਰਬਾਣੀ 'ਚ ਕਿਲ ਵਿਖ ਕਿਹਾ ਜਾਂਦਾ ਹੈ ਕਿ ਪਦਾਰਥ ਬੜੇ ਨੇ, ਸਭ ਕੁਝ ਕੋਲ ਹੈ, ਪਰ ਮਨੁੱਖ ਦੇ ਮਨ ਅੰਦਰ ਇੱਕ ਖਾਲੀਪਣ ਵਰਤ ਗਿਆ ਅਤੇ ਉਹ ਪਦਾਰਥਾਂ ਦੇ ਮੀਨਿੰਗ ਹੀ ਗਵਾਚ ਗਏ ਨੇ। ਅੱਜ ਏਸ਼ੀਆ ਜਿਹੜਾ ਇਹ ਪਦਾਰਥ ਸੰਚਰਿਆ ਕਿਉਂਕਿ ਇਹਦੇ ਕੋਲੋਂ ਮੀਨਿੰਗ ਹੈ। ਵੈਸਟ ਦੇ ਕੋਲੋਂ ਪਦਾਰਥ ਇੰਨਾ ਆ ਗਿਆ ਅਤੇ ਉਹਨਾਂ ਪਦਾਰਥਾਂ ਨੂੰ ਮੰਨਣ ਦਾ ਹੁਣ ਕੋਈ ਮੀਨਿੰਗ ਨਹੀਂ ਰਿਹਾ। ਉਹ ਸੋਚ ਰਹੇ ਨੇ ਕਿ ਇਸ ਖਾਲੀਪਣ ਨੂੰ ਕਿਵੇਂ ਭਰੀਏ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸ ਕਰਕੇ ਕਬੀਰ ਪਾਟਣ ਤੇ ਊਜਰ ਭਲਾ। ਬਾਹਰੋਂ ਵਸਦੇ ਸੁਹਾਵਣੇ ਲੱਗਦੇ ਨੇ ਮਕਾਨ, ਪਰ ਘਰ ਵਿੱਚ ਵਸਣ ਵਾਲੇ ਜੀਵਾਂ ਦੇ ਅੰਦਰ ਜਿਹੜੀ ਸੰਬੰਧਾਂ ਦੀ ਇੰਨੀ ਤਰਾਟ ਹੈ, ਉਹਨਾਂ ਦੇ ਇਮੋਸ਼ਨ ਦੀ ਇੰਨੀ ਜ਼ਿਆਦਾ ਕੰਗਾਲੀ ਹੈ, ਉਹਨਾਂ ਦੇ ਅੰਦਰ ਜਿਹੜੇ ਕਿਸੇ ਜੀਵਨ ਦੀ ਜਿਉਣ ਦੀ ਕੋਈ ਗੁਰਮੁਖੀ ਚਾਹਤ ਹੈ, ਉਹ ਸਾਰੀਆਂ ਮਰੀਆਂ ਪਈਆਂ ਨੇ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸ ਕਰਕੇ ਊਜਰ ਭਲਾ। ਇੱਕ ਅਸੀਂ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਉਜਾੜ ਪਤਾ ਕਿਹਨੂੰ ਕਹਿੰਦੇ ਸੀ? ਜਿੱਥੇ ਉਜਾੜ ਕੋਈ ਇਹ ਨਹੀਂ ਸੀ ਹੁੰਦਾ ਕਿ ਜਿੱਥੇ ਵਸੋਂ ਨਾ ਹੋਵੇ। ਉਜਾੜ ਦਾ ਦਰਅਸਲ ਅਰਥ ਹੁੰਦਾ ਸੀ ਕਿ ਜਿੱਥੇ ਕੋਈ ਕੁਝ ਵੱਡੀ ਕਿਰਿਆ ਨਾ ਹੋ ਰਹੀ ਹੋਵੇ। ਜਿਵੇਂ ਆਮ ਕਰਕੇ ਰੁੱਖਾਂ ਆਦਿਕ ਦਾ ਸਮੂਹ ਹੁੰਦਾ ਸੀ, ਉੱਥੇ ਕੋਈ ਮਨੁੱਖੀ ਵਸਤੂ, ਕੋਈ ਪਸ਼ੂ ਪੰਛੀ ਵੀ ਨਹੀਂ ਹੁੰਦੇ ਸਨ, ਤਾਂ ਉਹਨੂੰ ਲੋਕ ਉਜਾੜ ਸਮਝਦੇ ਸਨ ਕਿ ਇੱਥੋਂ ਕੁਝ ਵੀ ਨਹੀਂ ਨਜ਼ਰ ਪੈਂਦਾ, ਜੀਵਨ ਦਾ ਰਸ ਕੋਈ ਨਹੀਂ ਝਰਦਾ। ਅਤੇ ਜੇ ਕਿਸੇ ਮਕਾਨ, ਚੰਗੇ ਮਕਾਨ ਦੇ ਵਿੱਚੋਂ, ਧਨ ਦੀ ਪ੍ਰਤੀਤ ਦੇ ਵਿੱਚੋਂ ਭਗਤੀ ਕਰਮ ਦੇ ਕੋਈ ਪ੍ਰਫੁੱਲਤ ਹੋ ਰਿਹਾ ਤਾਂ ਉਹ ਵੀ ਉਜਾੜ ਹੈ। ਗੁਰਬਾਣੀ 'ਚ ਵਾਕ ਆਉਂਦੇ ਨੇ ਸਤਿਗੁਰੂ ਸਾਹਿਬ ਜੀ ਦੇ, ਮਹਾਂ ਭਿਆਨ ਉਦਿਆਨ ਨਗਰ ਕਰ ਮਾਨਿਆ। ਜਿਹੜੀ ਧਰਤੀ ਦੇ ਵਿੱਚ ਮਨੁੱਖਤਾ ਨੂੰ ਜੋੜਨ ਦੀ ਪ੍ਰਤੀਤ ਨਹੀਂ ਚੱਲ ਰਹੀ, ਮਨੁੱਖ ਦੀ ਪ੍ਰਭੂ ਦੇ ਨੇੜੇ ਹੋਣ ਦੀ ਸਾਂਝ ਦਾ ਕੋਈ ਕਰਮ ਨਹੀਂ ਪੈਦਾ ਹੋ ਰਿਹਾ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਪਾਟਨ ਤੇ ਊਜਰ ਭਲਾ। ਇਸ ਕਰਕੇ ਉਹ ਉਜਾੜ ਵੀ ਚੰਗੀ ਹੈ। ਕਿਉਂਕਿ ਭਗਤ ਦੇ ਅੰਦਰ ਉਹ ਚੀਜ਼ ਹੈ ਕਿ ਜਦੋਂ ਉਹ ਉਜਾੜ, ਇੱਥੇ ਭਗਤ ਦੀ ਜਿਹੜੀ ਬੰਦਗੀ ਵਾਲੀ ਕ੍ਰੀਏਟਿਵਿਟੀ ਉਹਦੀ ਗੱਲ ਹੋ ਰਹੀ ਹੈ ਕਿ ਜਦੋਂ ਭਗਤ ਉਜਾੜ 'ਚ ਬਹਿ ਗਿਆ, ਉਹ ਉਜਾੜ ਨੂੰ ਵੀ ਸੁਹਾਵਣੀ ਕਰ ਦੇਗਾ, ਪਰ ਸੰਸਾਰੀ ਬੰਦੇ ਭਾਵੇਂ ਵਸੋਂ ਕਿੱਡੀ ਵੱਡੀ ਕਰ ਲੈਣ, ਉਹ ਫਿਰ ਵੀ ਉਜਾੜ ਰਹੇਗੀ। ਕਿਉਂਕਿ ਭਗਤ ਦੇ ਜੀਵਨ ਦੇ ਅੰਦਰ ਇੱਕ ਐਸੀ ਅਟਰੈਕਸ਼ਨ ਹੈ ਜਿਹੜੀ ਧਰਤੀ ਦੇ ਪਦਾਰਥਾਂ ਦੇ ਰਸ ਵਿੱਚ ਨਹੀਂ ਹੈ। ਇਸ ਕਰਕੇ ਭਗਤ ਨੇ ਆਪਣੀ ਭਗਤੀ ਦੇ ਨਾਲ ਉਹ ਮੁਕਾਮ ਪੈਦਾ ਕਰ ਦੇਣੇ ਕਿ ਸੰਸਾਰ ਨੇ ਫਿਰ ਉਹਦੇ ਤਰਫ ਜਾਣਾ ਹੈ। ਪਰ ਜਿਵੇਂ ਅਸੀਂ ਹੁਣ ਜਿਵੇਂ ਉਦਾਹਰਨ ਦੇ ਤੌਰ 'ਤੇ ਜਿਹੜੇ ਕਈ ਤੀਰਥਾਂ ਦੇ ਨਗਰ, ਕੰਢੇ ਨਗਰ ਵਸੇ ਨੇ, ਆਰੰਭ ਦੇ ਵਿੱਚ ਇੱਕ ਹੀ ਬੈਠਾ, ਉਹਦੀ ਭਗਤੀ ਕਰਮ ਦੀ ਜਦੋਂ ਵਾਈਬਰੇਟਿੰਗ ਸਾਰੇ ਜਗਤ ਵਿੱਚ ਹੋਈ ਅਤੇ ਉਹਨੇ ਸਾਰੇ ਜਗਿਆਸੂ ਨੂੰ ਆਪਣੇ ਤਰਫ ਆਕਰਸ਼ਿਤ ਕੀਤਾ। ਅਤੇ ਜਿਹੜੀ ਅਸੀਂ ਦੁਨਿਆਵੀ ਲੋਕ, ਭਗਤ ਉਜਾੜ ਵਿੱਚ ਬੈਠਿਆ ਵੀ ਧਰਤੀ ਦਾ ਭਲਾ ਕਰ ਰਿਹਾ ਹੈ, ਅਸੀਂ ਸੰਸਾਰੀ ਲੋਕ ਬੜੀ ਵੱਡੀ ਕਲੋਨੀ ਵਸਾ ਕੇ ਵੀ ਉੱਥੇ ਸੁੰਝ ਹੁੰਦੀ ਹੈ। ਨਾ ਭਗਤੀ ਕਰਮ ਦਾ ਚਲੋ ਬੜੀ ਦੂਰ ਦੀ ਗੱਲ,
ਉੱਥੇ ਆਮ ਮਨੁੱਖਾਂ ਦਾ ਵੀ ਵਾਸ ਨਹੀਂ ਹੁੰਦਾ, ਕੇਵਲ ਸੁੰਝ ਹੁੰਦੀ ਮਕਾਨਾਂ ਦੇ ਵਿੱਚ। ਇੱਥੋਂ ਪਤਾ ਲੱਗਦਾ ਕਿ ਜਿਹੜੀ ਬੰਦੇ ਦੀ ਅੰਦਰ ਦੀ ਸੁੰਝ ਹੈ, ਜਦੋਂ ਉਹਦੇ ਕੋਲ ਨਹੀਂ ਨਾ ਹੱਲ ਹੁੰਦੀ, ਉਹ ਧਰਤੀ 'ਤੇ ਵੀ ਸੁੰਝ ਵਪਰਾਉਣ ਲੱਗ ਪੈਂਦਾ ਹੈ। ਜਿਵੇਂ ਮੁੱਖ ਵਾਕ 'ਚ ਤਿੰਨ ਸੁੰਝੀ ਦੇ ਫਿਰੈ ਬਿਨ ਨਾਵੈ, ਕਿਉਂਕਿ ਭਗਤੀ ਕਰਮ ਦਾ ਪ੍ਰਯੋਜਨ ਨਹੀਂ ਹੈ। ਮਨੁੱਖ ਨੂੰ ਪੁੱਛ ਲਏ ਕਿ ਮਕਾਨ ਦਾ ਨਿਰਮਾਣ ਕਰ ਰਿਹਾ, ਇੱਕ ਤਾਂ ਅਰਥ ਹੋ ਗਿਆ ਕਿ ਤੂੰ ਇਹਦੇ ਵਿੱਚ ਰਹਿਣਾ, ਤੇਰੀ ਔਲਾਦ ਨੇ ਰਹਿਣਾ, ਪਰ ਇਸ ਤੋਂ ਇਲਾਵਾ ਜਿਹੜਾ ਦੂਜਾ ਉਸਾਰ ਰਿਹਾ ਉਹਦਾ ਕੀ ਮਨੋਰਥ ਹੈ? ਤਾਂ ਕੇਵਲ ਇਹੀ ਹੋਏਗਾ ਕਿ ਮੇਰੀ ਹਸਤੀ ਬਚੀ ਰਹੇ। ਸੁੰਝ ਅੰਦਰ ਬਣ ਗਈ ਹੈ, ਉਹਨੂੰ ਹੱਲ ਬਾਹਰੋਂ ਕਰ ਰਿਹਾ ਕਿ ਮਕਾਨਾਂ ਦੁਆਰਾ ਮੇਰੀ ਸੁੰਝ ਭਰੀ ਜਾਵੇ ਅੰਦਰ ਦੀ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਪਾਟਨ ਤੇ ਊਜਰ ਭਲਾ, ਭਗਤ ਦੇ ਉਜਾੜ ਵਿੱਚ ਬਹਿਣ ਦੇ ਨਾਲ ਚੰਗੀ ਹੈ। ਬਾਬਾ ਫਰੀਦ ਸਾਹਿਬ ਜਦੋਂ ਪਾਕ ਪੱਟਣ ਆਏ ਨਾ, ਤਾਂ ਉੱਥੇ ਕੋਈ ਨਹੀਂ ਸੀ ਰਹਿੰਦਾ। ਤਾਂ ਬਾਬਾ ਫਰੀਦ ਸਾਹਿਬ ਜੀ ਦੇ ਭਗਤੀ ਕਰਨ ਤੋਂ ਥੋੜ੍ਹੇ ਸਾਲਾਂ ਬਾਅਦ ਦਿੱਲੀ ਦੇ ਬਾਦਸ਼ਾਹ ਬਲਬਨ ਵਰਗੇ ਉੱਥੇ ਸਜਦਾ ਕਰਨ ਆਉਣ ਲੱਗ ਪਏ। ਤਾਂ ਇੱਥੋਂ ਪਤਾ ਲੱਗਦਾ ਕਿ ਜਿਹੜੀ ਭਗਤ ਕਮਾਈ ਕਰਦਾ ਹੈ, ਦੁਨਿਆਵੀ ਨੁਕਤੇ ਤੋਂ ਛੋਟੀ ਲੱਗਦੀ ਹੈ, ਪਰ ਜਦੋਂ ਉਹਦਾ ਅਸਲ ਪ੍ਰਗਟ ਆਉਂਦਾ ਹੈ ਤੇ ਉਹ ਦੁਨਿਆਵੀ ਵਸੋਂ ਦੀ ਜਿਹੜੀ ਬੜੀ ਰਸਿਕਤਾ ਦੀ ਬਣੀ ਹੁੰਦੀ, ਉਹਨੂੰ ਛੋਟੀ ਸਿੱਧ ਕਰ ਦਿੰਦਾ ਹੈ। ਤਾਂ ਵੀ ਦੁਨੀਆ ਇਸ ਕਰਕੇ ਭਗਤ ਕਬੀਰ ਸਾਹਿਬ ਦੀ ਅੱਜ, ਕਿਉਂਕਿ ਅਸੀਂ ਏਸ਼ੀਆ ਵਾਲੇ ਕੋਈ ਏਡੇ ਪੜ੍ਹੇ ਲਿਖੇ ਤਾਂ ਹੈ ਨਹੀਂ, ਅਸੀਂ ਵੈਸਟ ਦੀਆਂ ਨਕਲਚੀ ਹਾਂ ਅੱਜ ਵੀ। ਤਾਂ ਹੁੰਦਾ ਕੀ ਹੈ, ਉਹਨਾਂ ਨੇ ਆਪਣੇ ਸਾਰੇ ਮਾਡਲ ਉਹਨਾਂ ਦੇ ਫੇਲ ਹੋ ਚੁੱਕੇ ਨੇ ਜੀਵਨ ਜਿਉਣ ਦੇ। ਹੁਣ ਉਹ ਜੀਵਨ ਦੀ ਨਵੀਂ ਤਲਾਸ਼ ਵਾਲੇ ਪਾਸੇ ਜਾ ਰਹੇ ਨੇ ਕਿ ਕੀ ਕੀਤਾ ਜਾਵੇ। ਤਾਂ ਸਾਨੂੰ ਵੀ ਇਹ ਲੱਗਾ ਅੱਜ ਧਰਤੀ 'ਤੇ ਕਿੰਨੀ ਸੁੰਝ ਪੰਜਾਬ ਦੇ ਵਿੱਚ ਵਾਪਰੀ ਹੈ। ਪਤਾ ਧਰਤੀ ਦੇ ਇੱਕ ਕੁਦਰਤੀ ਹਿੱਸੇ ਨੂੰ ਵੀ ਆਪਣੀ ਸੁੰਝ ਦੇ ਨਾਲ ਮੈਲਟ ਕਰ ਦਿੱਤਾ। ਜਿਵੇਂ ਕਿ ਇੱਕ ਕੁਦਰਤੀ ਥਾਂ ਜੇ ਨਾ ਵੀ ਮਕਾਨ ਉਸਾਰਿਆ ਜਾਵੇ, ਉੱਥੇ ਕਿਸੇ ਵਾਤਾਵਰਨ ਦੀ ਖੂਬਸੂਰਤੀ ਬਣੀ ਰਹੇਗੀ, ਪਰ ਆਪਣੀ ਹੋਂਦ ਵਾਲੀ ਹੋਂਦ ਨੂੰ ਸਥਾਪਿਤ ਕਰਨ ਲਈ ਜਾਣ ਬੁੱਝ ਕੇ ਉੱਚੇ ਭਵਨ ਦਾ ਨਿਰਮਾਣ ਕੀਤਾ ਅਤੇ ਧਰਤੀ ਦੀ ਖੂਬਸੂਰਤੀ ਨੂੰ ਰੱਦ ਕੀਤਾ। ਇੱਥੋਂ ਪਤਾ ਲੱਗਦਾ ਕਿ ਤੈਨੂੰ ਸੁਣੀ ਦੇਹ ਫਿਰੈ ਬਿਨ ਨਾਵੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਰਾਮ ਭਗਤ ਜੇ ਠਾਏ, ਰਾਮ ਸਨੇਹੀ ਬਾਹਰਾ ਜੰਮਪੁਰ ਮੇਰੈ ਭਾਏ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹ ਸਾਰਾ ਕੁਝ ਮੇਰੇ ਲਈ ਵਿਅਰਥ ਹੈ। ਜਿੱਥੇ ਉਜਾੜ ਹੈ, ਹੁਣ ਉਦਾਹਰਨ ਦੇ ਤੌਰ 'ਤੇ ਇੰਨੇ ਪੰਛੀ ਵਸਦੇ ਹਨ, ਇੰਨਾ ਕੁਝ ਆਲੇ ਦੁਆਲੇ 'ਚ ਇਕੱਠ ਰਹਿੰਦਾ ਹੈ, ਉਹਨਾਂ ਨੂੰ ਮਨੁੱਖ ਉਹਨਾਂ ਨੂੰ ਵਸਦਾ ਕਿਉਂ ਨਹੀਂ ਕਹਿੰਦਾ? ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੰਮਪੁਰ ਮੇਰਾ ਪਾਏ। ਹੁਣ ਜੰਮਪੁਰ ਦਾ ਭਾਵ ਕੀ ਹੈ? ਹੁਣ ਜਦੋਂ ਭਗਤ ਕਬੀਰ ਸਾਹਿਬ ਜੀ ਨੇ ਕਿਸੇ ਮਨੁੱਖੀ ਵਸੋਂ ਨੂੰ ਜੰਮਪੁਰ ਕਿਹਾ, ਤਾਂ ਉਹਦਾ ਭਾਵ ਕੀ ਹੈ ਕਿ ਇੱਥੋਂ ਪਰਮੇਸ਼ਰ ਦੇ ਹੋਣ ਦੀ ਕੋਈ ਸਾਖੀ ਨਹੀਂ ਪ੍ਰਗਟ ਹੋ ਰਹੀ। ਪਰਮੇਸ਼ਰ ਦੇ ਹੋਣ ਦੀ ਸਾਖੀ ਦਾ ਮਤਲਬ ਕੀ ਹੈ? ਭਗਤ ਦੀ ਕੁਟੀਆ ਨੂੰ ਦੇਖ ਕੇ ਕਿਸੇ ਨੂੰ ਜੀਵਨ ਦਾ ਮਕਸਦ ਚੇਤੇ ਆਉਂਦਾ ਹੈ। ਭਗਤ ਦੀ ਕੁਟੀਆ ਦੇ ਵਿੱਚੋਂ ਨਿਕਲ ਰਹੀ ਰੱਬੀ ਰੱਬੀ ਧੁਨ ਕਿਸੇ ਨੂੰ ਆਮੰਤਰਿਤ ਕਰਦੀ ਹੈ ਕਿ ਉਹ ਰੱਬੀ ਗੁਣਾਂ ਵਾਲੇ ਪਾਸੇ। ਜਾਂ ਭਗਤ ਦੀ ਕੁਟੀਆ ਦੇ ਵਿੱਚ ਜਾ ਕੇ ਕਿਸੇ ਨੂੰ ਜੀਵਨ ਦਾ ਪਰਮ ਟਿਕਾ ਮਿਲਦਾ ਹੈ। ਪਰ ਜਿਹੜਾ ਮਨੁੱਖਾਂ ਨੇ ਸੱਭਿਅਤਾ ਦੇ ਨਵੇਂ ਮਾਡਲ ਸਿਰਜੇ ਨੇ, ਇਹਦੇ ਵਿੱਚੋਂ ਭਗਤੀ ਕਰਮ ਕੋਈ ਨਹੀਂ ਪੈਦਾ ਹੋ ਰਿਹਾ, ਸਗੋਂ ਮਨੁੱਖ ਦੀ ਈਗੋ ਹੀ ਵੱਧ ਰਹੀ ਹੈ। ਤਾਂ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੰਮਪੁਰ ਮੇਰੇ ਭਾਏ। ਇਸ ਕਰਕੇ ਜੰਮਪੁਰ ਤਾਂ ਕੀ ਹੈ ਕਿ ਧਰਮ ਦੇ ਮਨੋਰਥ ਤੋਂ ਭਟਕਾ ਰਹੇ ਹਨ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਸਾਨੂੰ 2 ਸਲੋਕਾਂ ਦੁਆਰਾ ਉਪਦੇਸ਼ ਬਖਸ਼ਿਸ਼ ਕਰਕੇ ਨਿਵਾਜਦੇ ਹਨ ਕਿ ਜੀਵਨ ਦੇ ਵਿੱਚ ਮਾਇਆ ਦੇ ਵਿਆਪਣ ਦੇ ਸੰਚਨਾਂ ਦੀ ਦੌੜ ਨਾ ਲਗਾਈ ਜਾਵੇ। ਜੇ ਕੁਦਰਤੀ ਰੂਪ ਵਿੱਚ ਪ੍ਰਾਪਤ ਹਨ ਅਤੇ ਉਹਨਾਂ ਦਾ ਪ੍ਰਯੋਜਨ ਧਰਮ ਬਣਾਇਆ ਜਾਵੇ। ਮੈਂ ਹੈਰਾਨ ਹੁੰਦਾ, ਕਈ ਵਾਰੀ ਅਸੀਂ ਵਿਚਾਰਦੇ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੀ ਕਈ ਵਾਰੀ ਸਿੱਖੀ ਦੇ ਅੱਜ ਤੋਂ 200 ਸਾਲ ਪਹਿਲਾਂ ਦੀ ਵਿਚਾਰ ਕਰੀ ਦੀ। ਉਦੋਂ ਗੁਰਸਿੱਖ ਗੁਰਦੁਆਰ ਨਹੀਂ ਸੀ ਲੱਭਦੇ, ਉਦੋਂ ਸਿੱਖ ਘਰ ਨੂੰ ਗੁਰਦੁਆਰ ਬਣਾਉਂਦੇ ਸੀ ਕਿ ਕਿਤੇ 2 ਗੁਰਸਿੱਖ ਆ ਕੇ ਬੈਠ ਜਾਣ, ਕੀਰਤਨ ਹੋਵੇ, ਸ਼ਬਦ ਦੀ ਵਿਚਾਰ ਹੋਵੇ। ਜੇ ਨਹੀਂ ਸੱਦ ਸਕਦੇ ਤਾਂ ਆਪ ਹੀ ਇੰਨੇ ਜੋਗੇ ਹੋਈਏ ਕਿ ਰਲ ਮਿਲ ਕੇ ਬਾਣੀ ਪੜ੍ਹ ਲਈਏ। ਅੱਜ ਨਾ ਆਪ ਪੜ੍ਹਨੀ ਹੈ, ਨਾ ਬਾਹਰੋਂ ਸੱਦਣਾ ਹੈ ਅਤੇ ਕਹਿਣਾ ਅਸੀਂ ਗੁਰਸਿੱਖ ਹਾਂ। ਘਰਾਂ ਦੇ ਵਿੱਚ ਸੁੰਝ ਚੱਲ ਰਹੀ ਹੈ, ਜੋ ਵੀ ਪ੍ਰਯੋਜਨ ਹੈ ਧਰਮ ਦਾ ਪ੍ਰਯੋਜਨ ਹੈ ਹੀ ਨਹੀਂ। ਅਤੇ ਇਸ ਕਰਕੇ ਗੁਰੂ ਭਗਤ ਕਬੀਰ ਸਾਹਿਬ ਜੀ ਨੇ ਤਾਂ ਕਹਿ ਜੰਮਪੁਰ ਮੇਰੇ ਭਾਏ। ਹੁਣ ਭਗਤ ਕਬੀਰ ਸਾਹਿਬ ਜੀ ਦੇ ਜੀਵਨ ਦਾ ਜਿਹੜਾ ਅੰਤਮ ਸਮਾਂ ਉਹ ਮਗਹਰ ਵਿੱਚ ਗੁਜ਼ਰਿਆ, ਅਤੇ ਮਗਹਰ ਜਿਹਨੂੰ ਸਰਾਪੀ ਨਗਰ ਕਿਹਾ ਜਾਂਦਾ ਸੀ, ਭਗਤ ਕਬੀਰ ਸਾਹਿਬ ਜੀ ਦੇ ਵਸਣ ਨਾਲ ਅੱਜ ਪਤਾ ਨਹੀਂ ਲੱਖਾਂ ਸ਼ਰਧਾਲੂ ਮਗਹਰ ਜਾਂਦੇ ਹਨ, ਉੱਥੇ ਜ਼ਿਆਰਤ ਕਰਦੇ ਨੇ, ਭਗਤੀ ਕਰਮ ਕਰਦੇ ਨੇ। ਤਾਂ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਭਗਤੀ ਕਰਮ ਦਾ ਪੈਦਾ ਹੋਣਾ ਧਰਤੀ 'ਤੇ ਜ਼ਰੂਰੀ ਹੈ। ਅਤੇ ਭਗਤੀ ਦਾ ਕਰਮ ਇਕੱਲਾ ਚੌਂਕੜਾ ਨਹੀਂ, ਭਗਤੀ ਦਾ ਕਰਮ ਕਿ ਧਰਤੀ ਦੇ ਵਿੱਚ ਰਹਿੰਦਿਆਂ ਜਿੰਨਿਆਂ ਨੁਕਤਿਆਂ ਤੋਂ ਧਰਤੀ ਦਾ ਕਲਿਆਣ ਹੋ ਸਕਦਾ, ਉਹਨਾਂ ਸਾਰਿਆਂ ਨੁਕਤਿਆਂ ਨੂੰ ਹੀ ਅਪਣਾਉਣਾ। ਤਾਂ ਕਰਕੇ ਭਗਤੀ ਕਰਮ ਪੂਰਾ ਹੁੰਦਾ। ਭਗਤ ਕਬੀਰ ਸਾਹਿਬ ਜੀ ਕਿਰਪਾ ਕਰਨ, ਸਲੋਕਾਂ ਦਾ ਭਾਵ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਏ ਜੀ। ਅਸੀਂ ਜੀਵਨ ਦੀਆਂ ਜਿੰਨੀਆਂ ਸੰਪਦਾਵਾਂ ਨੇ ਉਹਨਾਂ ਨੂੰ ਧਰਮ ਦੇ ਪ੍ਰਯੋਜਨ ਲਈ ਵਰਤਦਿਆਂ ਹੋਇਆਂ ਆਪਣੇ ਆਤਮਿਕ ਮਨੋਰਥ ਨੂੰ ਪ੍ਰਾਪਤ ਕਰੀਏ। ਜੀਵਨ ਦੀ ਸਫਲਤਾ ਪ੍ਰਭੂ ਬੰਦਗੀ ਦੇ ਅਭਿਆਸ ਵਿੱਚੋਂ ਖੋਜੀਏ ਜੀ।
ਪਾਵਨ ਸ਼ਬਦ ਵਿਚਾਰ ਦੀ ਆਪ ਜੀ ਦੇ ਨਾਲ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।